श्री वाहिगुरु साहिब जी। रतना रतन पदार्थ बहु सागर भरिया राम। बाणी गुरबाणी लागै तिन हथ चढ़िया राम। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणियां सिर बाणी। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। दर्शन परसै गुरु कै, जन्म मरण दुख जाए। सतनाम श्री वाहिगुरु साहिब जी। आखन जोर चुपै नह जोर, जोर न मंगण देण ना जोर। आखन जोर चुपै नह जोर, जोर न मंगण देण ना जोर। जोर न जीवन मरण मन, जोर न जीवन मरण नह जोर। जोर न राज माल मन सोर, जोर न सुरती ज्ञान विचार। जोर न जुगती छुटै संसार। जिस हाथ जोर कर वेखै सोए, नानक उत्तम नीच ना कोए। जोर न सुरती ज्ञान विचार, जोर न जुगती छुटै संसार। जिस हाथ जोर कर वेखै सोए, नानक उत्तम नीच ना कोए। वाहिगुरु जी का खालसा, वाहिगुरु जी की फतेह। पतित पावन भगत वत्सल किरपा दे सागर धन साहिब श्री गुरु ग्रंथ साहिब जी महाराज सतगुरु जी दी बख्शिश सदका गुरबाणी कथा संथਿਆ ਦੀ ਕਲਾਸ ਵਿੱਚ ਆਪਾਂ ਜੁੜੇ ਹਾਂ। ਮਹਾਰਾਜ ਦੀ ਕਿਰਪਾ ਨਾਲ ਸ੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ 32 ਪੌੜੀਆਂ ਸੰਪੂਰਨ ਹੋਈਆਂ ਤੇ 33ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਅਰਥ ਆਰੰਭ ਕਰਨ ਤੋਂ ਪਹਿਲਾਂ ਆਪਾਂ ਪਾਠ ਬੋਧ ਜਿਹੜਾ ਹੈ ਉਹਦੇ ਬਾਰੇ ਸਰਵਣ ਕਰੀਏ। ਆਖਣ ਜੋਰ ਚੁੱਪੈ ਨਹ ਜੋਰ। ਚੁੱਪੇ ਪਾਠ ਜਿੱਦਾਂ ਹੈ ਲਾਂ ਨਾਲ ਬੋਲਿਆ ਜਾਂਦਾ ਪ੍ਰਚਲਿਤ, ਤੇ ਪਰ ਉਹ ਅਸ਼ੁੱਧ ਵਾ, ਸ਼ੁੱਧ ਨਹੀਂ। ਤੇ ਸ਼ੁੱਧ ਹੈ ਦਲਾਵਾਂ ਲਾਉਣੀਆਂ। ਜੇ ਆਪਾਂ ਇੱਕ ਆਪਣੀ ਮਾਤਰਾ ਸੁਧਾਰ ਲਈਏ ਤੇ ਸਾਰੀਆਂ ਗਲਤੀਆਂ ਠੀਕ ਹੋ ਜਾਂਦੀਆਂ। ਫਿਰ ਦਲਾਵਾਂ ਦੀ ਥਾਂ ਤੇ ਲਾਂ ਨਹੀਂ ਫਿਰ ਬੋਲਦੇ ਆਪਾਂ। ਆਖਣ ਜੋਰ ਚੁੱਪੈ ਨਹ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹ ਜੋਰ। ਜੋਰ ਨਾ ਰਾਜ, ਇਹ ਵਿਸ਼ਰਾਮ ਇਹਦਾ ਮਾਲ ਤੇ ਲੱਗਦਾ ਅਰਥਾਂ ਮੁਤਾਬਕ। ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ। ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਉਂ ਅਖੀਰਲੀ ਪੰਕਤੀ ਦਾ
ਨਾਨਕ ਉੱਤਮ ਨੀਚ ਨਾ ਕੋਏ। ਇਹ ਛੁੱਟੇ ਨਹੀਂ ਬੋਲਣਾ, ਜਿਹੜੀ ਪਿਛਲੀ ਪੰਕਤੀ ਆਈ ਹੈ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਦੁਲਾਵਾਂ ਦਾ ਬਹੁਤ ਖਿਆਲ ਰੱਖਣਾ, ਤੇ ਜਦੋਂ ਅਭਿਆਸ ਹੋ ਜੇ, ਜ਼ਬਾਨ ਤੇ ਮਾਤਰਾਵਾਂ ਚੜ ਜਾਣ, ਫਿਰ ਬਹੁਤ ਸੁਖੈਨ ਹੁੰਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਜਦੋਂ ਵਿਚਾਰ ਕੇ ਮਾਤਰਾ ਤੇ ਸੁੱਧ ਉਚਾਰਨ ਕਰੀਏ ਤੇ ਉਦੋਂ ਸੁੱਧ ਉਚਾਰਨ ਵੱਲ ਪਹਿਲਾਂ ਧਿਆਨ ਜ਼ਿਆਦਾ ਲੱਗਦਾ, ਤੇ ਫਿਰ ਆਨੰਦ ਕਹਿੰਦੇ ਆ ਕਈ ਕਿ ਸਾਨੂੰ ਤਾਂ ਪਹਿਲਾਂ ਜਿੰਨਾ ਆਨੰਦ ਆਉਂਦਾ ਸੀ, ਹੁਣ ਅਸੀਂ ਸੁੱਧ ਵਿਚਾਰ ਕੇ ਪੜ੍ਹਦੇ ਹਾਂ ਤੇ ਆਨੰਦ ਨਹੀਂ ਆਉਂਦਾ, ਕਿਉਂਕਿ ਉਹ ਧਿਆਨ ਮਾਤਰਾ ਵੱਲ ਤੇ ਸੁੱਧ ਉਚਾਰਨ ਵੱਲ ਲੱਗਾ ਹੁੰਦਾ। ਪਰ ਜਦੋਂ ਉਹ ਮਸਲ ਮੈਮਰੀ ਬਣ ਜਾਂਦੀ ਹੈ, ਭਾਵ ਸਾਨੂੰ ਯਾਦ ਰਹਿਣ ਲੱਗ ਜਾਂਦਾ, ਤੇ ਫਿਰ ਧਿਆਨ ਜਿਹੜਾ ਹੈ ਪਾਠ ਦੇ ਸ਼ਬਦ ਦੇ ਅਰਥਾਂ ਵੱਲ ਚਲੇ ਜਾਂਦਾ। ਜਦੋਂ ਅਰਥਾਂ ਵਿੱਚ ਚਲੇ ਜਾਂਦਾ ਤੇ ਅਰਥਾਂ ਨਾਲ ਫਿਰ ਜਿਹੜਾ ਵਿਸਮਾਦ ਤੇ ਆਨੰਦ, ਉਹ ਫਿਰ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਪ੍ਰਾਪਤ ਹੁੰਦਾ, ਜਿਹੜਾ ਬਾਣੀ ਦੇ ਪੜ੍ਹਨ ਵਾਲਾ ਜਗਿਆਸੂ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ 33ਵੀਂ ਪੌੜੀ ਦੇ ਅੰਦਰ ਕੀ ਬਖਸ਼ਿਸ਼ ਕਰਦੇ ਆ। ਇਸ ਪੌੜੀ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ ਆਖ ਕੇ ਇੱਕ ਮਹਾਰਾਜ ਜੀ ਨੇ ਪ੍ਰਤੱਖ ਵਰਤ ਰਹੀ ਸਚਾਈ ਦੱਸੀ ਹੈ। ਇਸ ਤੋਂ ਸਮਝ ਇਹ ਪੈਂਦੀ ਹੈ, ਜਦ ਜੰਮਣ ਤੇ ਮਰਨ ਵਿੱਚ ਜ਼ੋਰ ਨਹੀਂ, ਨਾ ਜੀਵ ਦੇ ਜਨਮ ਲੈਣ 'ਚ ਉਹਦੀ ਆਪਣੀ ਮਰਜ਼ੀ ਹੈ, ਨਾ ਉਹਦੇ ਮਰਨ ਵਿੱਚ ਆਪਣੀ ਮਰਜ਼ੀ, ਉਹਦਾ ਜ਼ੋਰ ਨਹੀਂ ਕੋਈ ਚੱਲਦਾ। ਤਾਂ ਇਸ ਦੇ ਜੀਵਨ ਸੰਬੰਧੀ ਜਿਹੜੇ ਕਰਤੱਵ ਹਨ, ਹੋਰ ਗੱਲਾਂ ਹਨ ਜੋ ਜੰਮਣ ਤੇ ਮਰਨ ਦੇ ਵਿਚਕਾਰ ਹਨ, ਉਹਦੇ ਵਿੱਚ ਵੀ ਇਹਦਾ ਜ਼ੋਰ ਸਫਲ ਨਹੀਂ ਹੈਗਾ। ਜੀਵ ਸੋਚਦਾ ਤਾਂ ਹੈ ਸਰੀਰ ਦੀ ਸ਼ਕਤੀ ਲੈ ਕੇ ਤੇ ਦਿਮਾਗ ਬੁੱਧੀ ਦੀ ਤਾਕਤ ਨਾਲ ਕਿ ਮੈਂ ਆਪਣੇ ਜ਼ੋਰ ਨਾਲ ਕਰਦਾ, ਤੇ ਹੁੰਦਾ ਤਾਂ ਕੁਛ ਵੀ ਨਹੀਂ ਇਹਦੇ ਜ਼ੋਰ ਨਾਲ, ਪਰ ਇਹ ਫਿਰ ਦੁਖੀ ਹੁੰਦਾ, ਪਰੇਸ਼ਾਨ ਹੁੰਦਾ। ਇਹ ਸਤਿਗੁਰੂ ਜੀ ਨੇ ਨਿਆਸ ਅਲੰਕਾਰ ਦਾ ਤਰੀਕਾ ਵਰਤਿਆ। ਜੀਵਨ ਮਰਨ ਦੇ ਵਿੱਚ ਜੀਵ ਦਾ ਜ਼ੋਰ ਨਹੀਂ, ਭਾਵ ਵਸ ਨਹੀਂ, ਇਹ ਸੁਤੇ ਸਿੱਧ ਵਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ, ਜਿਹੜਾ ਜੀਵ ਦਾ ਜੀਵਨ ਹੈ, ਇਹ ਵਾਹਿਗੁਰੂ ਦੇ ਹੁਕਮ ਵਿੱਚ ਜੀਵ ਨੂੰ ਪ੍ਰਾਪਤ ਹੋਇਆ ਹੈ, ਤੇ ਹੁਕਮ ਦੇ ਵਿੱਚ ਹੀ ਇਹਦਾ ਜੀਵਨ ਚੱਲਦਾ ਹੈ। ਤੇ ਜੋ ਕੁਝ ਇਹਨੂੰ ਮੰਗਣਾ ਦੇਣਾ, ਧਨ ਦੀ ਪ੍ਰਾਪਤੀ, ਊਚ ਨੀਚ ਹੋਣਾ ਆਦਿ, ਜਿਹੜਾ ਇਹਦੇ ਵਸ ਵਿੱਚ ਕੋਈ ਚੀਜ਼ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਆ, ਜਿਹੜੀ ਸੁਰਤ ਹੈ ਉਹਦਾ ਕਾਰਿਆ ਜਿਹੜਾ ਨਾ, ਉਹ ਗਿਆਨ ਆਦਿ ਜਿਹੜਾ ਹੈ, ਉਹ ਵੀ ਇਹਨੂੰ ਇਹ ਜ਼ੋਰ ਨਾਲ ਨਹੀਂ, ਮਹਾਰਾਜ ਕਹਿੰਦੇ ਪ੍ਰਾਪਤ ਕਰ ਸਕਦਾ, ਜ਼ੋਰ ਨਾਲ ਨਹੀਂ ਸਫਲ ਦੇ ਵੀ, ਇਹ ਵੀ ਸਹਿਜ 'ਚ ਹੀ ਸਫਲ ਦੇ ਆ। ਜੇ ਕੋਈ ਹੱਠ ਨਾਲ, ਇਹ ਉਹਦਾ ਮੈਂ ਜਿਹੜਾ ਹੈ ਭੂਮਿਕਾ ਬਣ ਰਿਹਾ ਪੌੜੀ ਦੀ, ਕਿ ਅਰਥ ਸੌਖੇ ਸਮਝ ਪੈਣ। ਫਿਰ ਜੇ ਕੋਈ ਹੱਠ ਨਾਲ ਚੁੱਪ ਧਾਰ ਲੈਂਦਾ ਹੈ ਤੇ ਉਹਦੇ ਅੰਦਰਲੇ ਫੁਰਨਿਆਂ ਦਾ ਪ੍ਰਵਾਹ ਕੀ ਰੁਕ ਜਾਂਦਾ। ਬਾਹਰੋਂ ਤਾਂ ਆਪਣੇ ਜ਼ੋਰ ਨਾਲ ਚੁੱਪ ਕਰ ਗਿਆ, ਪਰ ਅੰਦਰਲੀ ਕਲਪਨਾ ਜਿਹੜੀ ਆ ਨਾ, ਉਹ ਤੁਰੀ ਰਹਿੰਦੀ, ਪ੍ਰਵਾਹ ਪਿਆ ਹੀ ਰਹਿੰਦਾ ਫੁਰਨਿਆਂ ਦਾ, ਚੁੱਪ ਵਰਤਦੀ ਨਹੀਂ ਅੰਦਰ। ਪਰ ਜੇ ਨਾਮ ਦੇ ਰਸਤੇ ਸਹਿਜ ਵਿੱਚ ਆ ਜਾਵੇ, ਅੰਦਰ ਟਿਕਾਊ ਹੋ ਜਾਂਦਾ, ਬਾਹਰ ਬੋਲ ਚਾਲ ਵਿੱਚ ਸੰਜਮ ਆ ਜਾਂਦਾ। ਤਿਵੇਂ ਜ਼ੋਰ ਨਾਲ ਕੋਈ ਬੋਲੇ ਤਾਂ ਰਸ ਨਹੀਂ ਪੈਂਦਾ, ਜੇ ਜ਼ੋਰ ਨਾਲ ਕਥਾ ਵਿਖਿਆਨ ਕਰੇ ਕਿ ਕਵਿਤਾ ਕਹੇ ਤਾਂ ਰਸਹੀਨਤਾ ਦਾ ਹੀ ਫਲ ਹੁੰਦਾ। ਜ਼ੋਰ ਲਾ ਲਾ ਕੇ, ਉੱਚੀ ਤਾਣ ਲਾ ਲਾ ਕੇ, ਤੇ ਜ਼ੋਰ ਨਾਲ
ਜਦੋਂ ਜਪਦਾ ਵੀ ਹੈ ਤਾਂ ਵੀ ਰਸ ਨਹੀਂ ਪੈਂਦਾ। ਮਹਾਰਾਜ ਨੇ ਤਾਂ ਹੀ ਕਿਹਾ ਸਹਿਜੇ ਗਾਵਿਆ ਖਾਏ ਪਵੈ। ਜਦੋਂ ਪਿਆਰ ਦੇ ਰਸ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਆਖੀਏ ਤੇ ਉਦਾਂ ਦੇਖੋ ਜਿਹੜਾ ਗੁਰਬਾਣੀ ਦੇ ਵਿਚਾਰ ਹੁੰਦੇ ਆ ਨਾ, ਸਤਿਗੁਰੂ ਜੀ ਭਾਵੇਂ ਕੋਈ ਕੁਰਾਹੇ ਪਿਆ ਆਪਣੀ ਮਰਜ਼ੀ ਵਰਤਦਾ ਹੈ, ਪਰ ਉਹਦਾ ਇਹ ਨਾ ਸਮਝਣਾ ਕਿ ਸਤਿਗੁਰੂ ਜੀ ਕਿਸੇ ਦਾ ਵਿਰੋਧ ਕਰਦੇ ਆ। ਮਹਾਰਾਜ ਤਾਂ ਸੱਚ ਦਾ ਮਾਰਗ ਦਰਸਾਉਂਦੇ ਸਤਿਗੁਰੂ ਜੀ। ਇਸ ਕਰਕੇ ਜੇ ਆਪਾਂ ਸਰੀਰ ਦੇ ਫਿਰ ਇਹਦੇ ਤੇ ਸ਼ੰਕਾ ਕੋਈ ਨਾ ਕਰ ਲਵੇ ਕਿ ਵੀ ਸਰੀਰ ਦਾ ਤਾਣ ਲਾ ਕੇ ਜਪਣਾ ਨਹੀਂ ਚਾਹੀਦਾ। ਸਰੀਰ ਦਾ ਤਾਣ ਲਾ ਕਰਕੇ ਜੇ ਕੋਈ ਜਪੇ ਤੇ ਪਰ ਮਨ ਉਹਦਾ ਫੁਰਨੇ ਕਰ ਰਿਹਾ। ਹਾਂਜੀ, ਮਹਾਰਾਜ ਨੇ ਇੱਥੇ ਮਨ ਨੂੰ ਪਕੜਨ ਦੀ ਗੱਲ ਕਹੀ ਹੈ, ਤੇ ਜਿਹਦਾ ਮਨ ਵਸ ਹੋ ਜਾਂਦਾ ਨਾ, ਉਹ ਸੁੱਤੇ ਪਿਆ ਵੀ ਕਦੇ ਗਾਫਲਤਾਈ ਚ ਨਹੀਂ ਜਾਂਦਾ। ਅਸੀਂ ਤਾਂ ਜਾਗਦੇ ਹੀ ਗਾਫਲ ਬਣੇ ਰਹਿੰਦੇ ਹਾਂ ਨਾ। ਜਿਹਦਾ ਮਨ ਜਾਗ ਪੈਂਦਾ ਹੈ, ਉਹਦੇ ਬਾਰੇ ਮਹਾਰਾਜ ਦੀ ਬਾਣੀ ਨੇ ਕਿਹਾ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਹੁਣ ਜੇ ਕੋਈ ਤਾਣ ਲਾ ਕੇ ਕਰਦਾ ਹੈ ਵਾਹਿਗੁਰੂ ਮੰਤਰ ਦਾ ਜਾਪ, ਤੇ ਤੁਸੀਂ ਕਥਾ ਸੁਣ ਕੇ ਉਹਦੇ ਤੇ ਕਿੰਤੂ ਨਾ ਕਰੋ, ਕਿਉਂਕਿ ਕਰਦਾ ਤਾਂ ਹੈ ਨਾ। ਆਪਾਂ ਤਾਂ ਫਿਰ ਜੇ ਕਰੀਏ ਵੀ ਨਾ ਤੇ ਕਰਨ ਵਾਲੇ ਤੇ ਵੀ ਕਿੰਤੂ ਕਰੀਏ, ਭਾਵੇਂ ਕਿ ਜ਼ੋਰ ਨਾਲ ਪਰਮੇਸ਼ਰ ਨਹੀਂ ਮਿਲਦਾ। ਇਹ ਸਤਿਗੁਰੂ ਜੀ ਇਸ ਪੌੜੀ ਅੰਦਰ ਮਹਾਰਾਜ ਜੀ ਦੱਸਦੇ ਆ, ਗਿਆਨ ਦੀ ਪ੍ਰਾਪਤੀ ਵੀ ਸੁਰਤ ਦਾ ਟਿਕਣਾ ਵੀ ਮਨੁੱਖ ਦੇ ਵੱਸ ਨਹੀਂ ਹੈ। ਜੇ ਆਪਣੇ ਵੱਸ ਹੋਏ ਤੇ ਸਾਰੇ ਬ੍ਰਹਮ ਗਿਆਨੀ ਬਣ ਜਾਣ। ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜ਼ੋਰ ਨਾਲ ਮੰਗਣਾ ਜਿਹੜਾ ਹੈ, ਜਿਹੜਾ ਭਿਕਸ਼ੂ ਬਣ ਕੇ ਮੰਗਦਾ, ਉਹ ਵੀ ਜਾਚ ਨਹੀਂ ਆਉਂਦੀ। ਸਹਿਜ ਧਾਰਨ ਨਾਲ ਹੀ ਮੰਗਣ ਦੀ ਵੀ ਜਾਚ ਆਉਂਦੀ। ਜਦੋਂ ਸਹਿਜ ਵਿੱਚ ਆ ਜਾਂਦਾ ਨਾ, ਤੇ ਪ੍ਰੀਤ ਨਾਲ ਬੋਲਿਆ ਇੱਕ ਬੋਲ, ਪ੍ਰੇਮ ਦੇ ਵਿੱਚ ਅੱਖਾਂ ਵਿੱਚੋਂ ਡਿੱਗਿਆ ਇੱਕ ਹੰਝੂ, ਵਾਹਿਗੁਰੂ ਜੀ ਨਾਮਦੇਵ ਜੀ ਦੇ ਪਿਆਰ 'ਚ ਧਰਤੀ ਪਲਟਣ ਨੂੰ ਤਿਆਰ ਹੋ ਗਏ ਸੀ। ਜ਼ੋਰ ਨਹੀਂ ਚੱਲਦਾ ਉੱਥੇ। ਤੇ ਹੱਠ ਬਿਰਤੀ ਨਾਲ ਜੇ ਕੋਈ ਮੰਗਤਾ ਬਣ ਜਾਂਦਾ, ਪਰ ਉਹਦੇ ਅੰਦਰ ਸੰਤੋਖ ਨਹੀਂ ਨਾ ਉਪਜਦਾ, ਫਿਰ ਮਾਈ ਮੰਗ ਤ੍ਰਿਆ ਲੁਭਾਵੈ। ਮਾਤਾ ਕਹਿ ਕੇ ਮੰਗਦਾ ਤੇ ਇਸਤਰੀ ਵੇਖ ਕੇ ਉਹਦੇ ਤੇ ਲੁਭਾਇਮਾਨ ਹੁੰਦਾ, ਕਿਉਂਕਿ ਬਾਹਰੋਂ ਹੱਠ ਨਾਲ ਭਿਕਸ਼ੂ ਬਣ ਗਿਆ, ਮੰਗਤਾ ਬਣ ਗਿਆ, ਪਰ ਅੰਦਰ ਦੀ ਵਾਸ਼ਨਾ 'ਚ ਸੰਤੋਖ ਨਹੀਂ ਆਇਆ। ਅੰਦਰ ਉਹਦੇ ਵਾਹਿਗੁਰੂ ਨੂੰ ਸਾਖਿਆਤ ਕਰਕੇ ਉਹਦਾ ਨਹੀਂ ਮੰਗਤਾ ਬਣ ਸਕਿਆ। ਤੇ ਮਹਾਰਾਜ ਕਹਿੰਦੇ ਫਿਰ ਦਾਨ ਕਰਨ 'ਚ ਵੀ ਸਹਿਜ ਦੀ ਲੋੜ ਹੈ, ਹੱਠ ਕਰਕੇ ਨਹੀਂ ਕੀਤਾ ਜਾਂਦਾ। ਜੇ ਕਰੇ ਤੇ ਉਹ ਫਿਰ ਆਪਣੇ ਨਾਂ ਲਿਖਾਉਂਦੇ ਆ, ਬੜਾ ਆਪਣਾ ਨਾਮ ਪ੍ਰਸਿੱਧ ਕਰਾਉਣ ਦਾ ਯਤਨ ਕਰਦੇ ਆ, ਤੇ ਮਨ ਨਿਰਮਲ ਰਹਿੰਦਾ। ਫਿਰ ਮਨ ਤਾਂ ਨਿਰਮਲ ਰਹਿੰਦਾ ਨਹੀਂ। ਫਿਰ ਜਿਹਨੂੰ ਇਹ ਇੱਛਾ ਹੈ ਕਿ ਮੈਂ ਦਾਨ ਕੀਤਾ ਹੈ ਤੇ ਮੇਰਾ ਨਾਂ ਦਾਨੀਆਂ ਦੇ ਵਿੱਚ ਚਮਕੇ, ਦੁਨੀਆ ਮੇਰਾ ਜਸ ਕਰੇ, ਫਿਰ ਤਾਂ ਮਨ ਨੂੰ ਮੈਲ ਲੱਗ ਗਈ ਨਾ। ਤਾਂ ਮਹਾਰਾਜ ਕਹਿੰਦੇ ਜਿਉਣਾ ਮਰਨਾ ਕਿਸੇ ਦੇ ਆਪਣੇ ਵੱਸ ਨਹੀਂ। ਜੇ ਮਰਨਾ ਜੀਆਂ ਦੇ ਵੱਸ ਹੋਵੇ ਨਾ, ਤੇ ਸੰਸਾਰ ਨੂੰ ਛੱਡ ਕੇ ਕੋਈ ਵੀ ਨਾ ਜਾਵੇ। ਸੰਸਾਰ ਨੂੰ ਛੱਡ ਕੇ ਕੋਈ ਨਹੀਂ ਜਾਣਾ ਚਾਹੁੰਦਾ। ਇਹ ਸੁਤੇ ਹੀ ਵਾਹਿਗੁਰੂ ਦੇ ਹੁਕਮ 'ਚ ਸਹਿ ਸੁਭਾਏ ਹੁੰਦਾ ਹੈ। ਸੰਸਾਰ ਉਪਜ ਵੀ ਰਿਹਾ ਤੇ ਮੁੱਕ ਵੀ ਰਿਹਾ। ਜਿਹੜਾ ਕਾਮਯਾਬ ਰਾਜਾ ਜਾਂ ਧਨੀ ਹੁੰਦਾ ਨਾ, ਰਾਜਾ ਵੀ ਕਾਮਯਾਬ ਬਣਨ ਲਈ, ਧਨੀ ਵੀ ਕਾਮਯਾਬ ਬਣਨ ਲਈ ਅੰਦਰ ਇੱਕ ਸਹਿਜ ਭਾਵ ਦੇ ਆ ਜਾਣ ਦੀ ਲੋੜ ਹੁੰਦੀ ਹੈ। ਜੇ ਜ਼ੋਰ ਧੱਕੇ ਵਾਲਾ ਰਾਜ ਹੋਵੇ, ਧਨੀ ਜਿਸ ਦਾ ਪ੍ਰਯੋਜਨ ਲਈ ਰਾਜ ਤੇ ਧਨ ਇਕੱਠਾ ਹੀ ਕਰਨ ਦਾ ਇੱਕ ਉਹਦਾ ਪ੍ਰਯੋਜਨ ਹੈ, ਤੇ ਉਹ ਪ੍ਰਯੋਜਨ ਅਸਫਲ ਹੋ ਜਾਂਦਾ। ਰਾਜ ਤੇ ਧਨ ਕਰਕੇ
ਸੁੱਖ ਹੀ ਭੋਗਣਾ ਲੱਭਦੇ ਆ ਨਾ, ਪਰ ਸੁੱਖ ਮਿਲਦਾ ਕਿੱਥੋਂ ਆ? ਮਹਾਰਾਜ ਨੇ ਕਿਹਾ ਨਾ ਕਿ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਤੇ ਇਹ ਜਗ ਤਾਂ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਝੂਠਾ ਹੈ। ਜੀਵ ਜ਼ੋਰ ਨਾਲ ਸੁਖੀ ਹੋਣਾ ਚਾਹੁੰਦਾ, ਜ਼ੋਰ ਨਾਲ ਰਾਜ ਹਥਿਆਉਣਾ ਚਾਹੁੰਦਾ। ਸੰਸਾਰ 'ਚ ਇਹੋ ਕੁਛ ਹੀ ਹੈ, ਤੇ ਸੁੱਖ ਥੋੜਾ ਪਾਉਂਦੇ ਆ ਰਾਜੇ ਵੀ। ਇਸੇ ਕਰਕੇ ਕਿਹਾ ਸਗਲ ਸ੍ਰਿਸ਼ਟ ਕਿਉ ਰਾਜਾ ਦੁਖੀਆ। ਤੇ ਧਨੀ ਜਿਹੜਾ ਉਹ ਧਨ ਪ੍ਰਾਪਤ ਕਰਕੇ ਸੁਖੀ ਹੋਣਾ ਚਾਹੁੰਦਾ ਹੈ, ਪਰ ਸੁਖੀ ਨਹੀਂ ਹੁੰਦੇ। ਉਹ ਪ੍ਰਜਾ ਨੂੰ, ਗਰੀਬਾਂ ਨੂੰ ਸੁੱਖ ਤਾਂ ਕੀ ਦੇਣਾ, ਸਗੋਂ ਦੁੱਖ ਦਿੰਦੇ ਆ। ਤੇ ਆਪਣਾ ਉਹਨਾਂ ਦਾ ਮਨ ਜਿਹੜਾ ਉਹ ਖਿਚਾਵ 'ਚ ਰਹਿੰਦਾ, ਦੂਸਰੇ ਨੂੰ ਵੀ ਦੁੱਖ ਦਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਵਸ ਨਹੀਂ ਹੈ। ਸੁਰਤ ਦੇ ਗਿਆਨ ਦਾ ਵਿਚਾਰ, ਭਾਵ ਪਰਮਾਰਥ ਦੀ ਸਫਲ ਪ੍ਰਾਪਤੀ, ਸਹਿਜ ਆ ਜਾਣਾ। 8 ਆਸਰੇ ਕੀਤੇ ਜਿਹੜੇ ਸਾਧਨ ਹਨ ਨਾ, ਉਹਦੇ 'ਚ ਜੀਵ ਦੇ ਅੰਦਰੋਂ ਹਉ ਨਹੀਂ ਛੁਟਕਦੀ। ਮੈਂ ਜ਼ਿਆਦਾ ਡੂੰਘਾਈ 'ਚ ਨਹੀਂ ਉੱਦਾਂ ਜਾਣਾ ਚਾਹੁੰਦਾ, ਪਰ ਇਹਦੇ ਅਰਥ ਸਮਝਣ ਨਾਲ ਸਾਨੂੰ ਨਾਮ ਦੇ ਜਪਣ ਦਾ ਜਿਹੜਾ ਉਹ ਸਹੀ ਰਸਤਾ ਪ੍ਰਾਪਤ ਹੁੰਦਾ। ਕਿਉਂਕਿ ਆਪਾਂ ਜੇ ਇੰਨੇ ਸਾਲ ਹੋ ਗਏ, ਕਈ ਗੁਰਮੁਖ ਮਿਹਨਤ ਕਰਦੇ ਆ, ਤੇ ਪਰ ਵੇਖਣਾ ਚਾਹੀਦਾ ਕਿ ਮਿਹਨਤ ਨੂੰ ਫਲ ਕਿਉਂ ਨਹੀਂ ਪੈਂਦਾ। ਜੇ ਇੰਨੀ ਪ੍ਰੀਤ ਨਾਲ ਸਹਿਜ ਵਿੱਚ ਆ ਕੇ 15 ਮਿੰਟ ਹੀ ਭਜਨ ਕਰ ਲਏ ਨਾ, ਐਨ ਨੇਤਰ ਤੇ ਜ਼ਬਾਨ ਤੇ ਹਿਰਦਾ ਸਾਰੇ ਤਰ ਹੋ ਜਾਂਦੇ, ਸੱਜਲ ਹੋ ਜਾਂਦੇ। ਉਸ ਪ੍ਰੀਤ ਦੀ ਅਵਸਥਾ ਦੇ ਨਾਮ ਦਾ ਫਲ ਮਹਾਰਾਜ ਜੀ ਤਾਂ ਏਡਾ ਵੱਡਾ ਦੱਸਦੇ ਆ ਕਿ ਏਕ ਚਿੱਤ ਜਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਏਡਾ ਵੱਡਾ ਫਲ ਮਹਾਰਾਜ ਜੀ ਦੱਸਦੇ ਆ। ਜਿਹੜਾ ਹੱਠ ਨਾਲ ਕੀਤੇ ਸਾਧਨ ਹਨ, ਉਹਨਾਂ ਵਿੱਚ ਅੰਦਰਲਾ ਟਿਕਾ ਨਹੀਂ ਬਣਦਾ, ਤੇ ਆਤਮਾ ਦਾ ਰੰਗ ਨਹੀਂ ਚੜ੍ਹਦਾ, ਸਹਿਜ ਦੀ ਅਵਸਥਾ ਨਹੀਂ ਆਉਂਦੀ, ਉਹ ਸੁੱਖ ਰੂਪ ਨਹੀਂ ਹੁੰਦੀ। ਜਿਵੇਂ ਕੋਈ ਤਾਰੀ ਲਾਉਂਦਾ ਨਾ ਪਾਣੀ ਦੇ ਉੱਤੇ, ਤੇ ਜਿਹੜਾ ਆਪਣੇ ਆਪ ਨੂੰ, ਜਿਵੇਂ ਮੁਰਦਾ ਹੁੰਦਾ ਨਾ, ਮੁਰਦਾ ਉਹ ਪਾਣੀ 'ਚ ਤਰਨ ਲੱਗ ਪੈਂਦਾ, ਤੇ ਜਿਉਂਦਾ ਜਿਹੜਾ ਹੈ ਉਹ ਯਤਨ ਕਰਦਾ ਤਰਨ ਦਾ, ਤੇ ਫਿਰ ਵੀ ਡੁੱਬਦਾ ਸਾਗਰ 'ਚ। ਜਦੋਂ ਵਾਹਿਗੁਰੂ ਜੀ ਦੇ ਪਰਾਇਣ ਹੋ ਜਾਵੇ, ਸਾਰੇ ਕਾਰਜਾਂ ਦਾ ਕਰਨ ਵਾਲਾ ਪਰਮੇਸ਼ਰ ਨੂੰ ਸਮਝ ਲਵੇ, ਹੱਠ ਬਿਰਤੀ ਨਾਲ ਸਾਰਾ ਕੁਝ ਛੱਡ ਕਰਕੇ, ਜਿਵੇਂ ਹੱਠ ਨਾਲ ਕੀਤੇ ਕਰਮਾਂ ਨੇ ਅੱਜ ਤੱਕ ਕੁਛ ਨਹੀਂ ਦਿੱਤਾ, ਪਰ ਸੰਸਾਰ 'ਚ ਜੀਆਂ ਕੁਛ ਛੁੱਟਦੇ ਨਹੀਂ। ਬਿਰਤੀ ਸੰਸਾਰਾਕਾਰ ਹੀ ਰਹਿੰਦੀ ਹੈ। ਸੰਕਲਪ ਵਿਕਲਪ ਉੱਦਾਂ ਦਾ ਹੀ, ਪ੍ਰਵਾਹ ਉੱਦਾਂ ਦਾ ਹੀ, ਮਨ ਉਸੇ ਤਰ੍ਹਾਂ ਦਾ ਹੀ ਬਣਿਆ ਰਹਿੰਦਾ ਹੈ। ਜਗਤ ਨਾਲ ਹੀ ਬੰਨੀ ਰੱਖਦਾ, ਜਗਤ ਨਾਲੋਂ ਟੁੱਟਦਾ ਨਹੀਂ ਮਨ। ਪਰ ਜੇ ਵਾਹਿਗੁਰੂ ਦੇ ਪ੍ਰਾਇਣ ਹੋ ਜਾਵੇ, ਫਿਰ ਨਿਰਯਤਨ ਹੀ ਤਰਨ ਲੱਗ ਪੈਂਦਾ। ਹੱਠ ਨਾਲ ਜਿੰਨੇ ਵੀ ਕਰਮ ਕੀਤੇ ਆ, ਉਹਨਾਂ ਨਾਲ ਉੱਤਮਤਾ ਨਹੀਂ ਪ੍ਰਾਪਤ ਹੁੰਦੀ। ਅੰਦਰ ਨੀਚਤਾ ਬਣੀ ਰਹਿੰਦੀ ਹੈ। ਜਦੋਂ ਕੋਈ ਸੰਸਾਰ 'ਚ ਜੀਵ ਦੇ ਸਮਾਨ ਜੀਵਨ ਵਿੱਚ ਉਤਰਾ ਚੜਾਅ ਆਉਂਦਾ ਹੈ, ਉਹ ਫਿਰ ਝੱਲ ਨਹੀਂ ਸਕਦਾ। ਜੇ ਕੋਈ ਉੱਤਮ ਹੋਵੇ ਤੇ ਜ਼ੋਰ ਲਾਵੇ ਨੀਚ ਨਿਰਮਾਣ ਬਣ ਜਾਂ ਸੇਵਕ ਬਣਨ ਦਾ, ਉਹ ਵੀ ਸੰਭਵ ਨਹੀਂ ਹੈ, ਉਹਦੇ ਵੱਸ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਾਲ ਪ੍ਰਾਪਤ ਹੁੰਦਾ ਹੈ। ਸਹਿਜ ਮਾਰਗ ਫਿਰ ਜੀਵ ਨੂੰ ਪ੍ਰਾਪਤ ਹੁੰਦਾ ਹੈ ਜਦੋਂ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਆ। ਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਲੈਣ ਲਈ ਸਾਰੇ ਕਾਰਜਾਂ ਦਾ ਕਾਰਨ ਉਹਨੂੰ ਸਮਝਣਾ ਚਾਹੀਦਾ।
ਵਾਹਿਗੁਰੂ ਜੀ ਜੀਵ ਨੂੰ ਬੁਲਾਉਣ ਵਾਲੇ ਆ। ਸਾਡੀ ਜੀਭਾ ਸਮੇਤ ਅੱਖਾਂ, ਨੱਕ, ਕੰਨ, ਸਾਰਾ ਸਰੀਰ ਵਾਹਿਗੁਰੂ ਦੀ ਸੱਤਾ ਕਰਕੇ ਹਰਕਤ ਕਰਦਾ ਹੈ। ਜਦੋਂ ਜਿਸ ਪਰਮੇਸ਼ਰ ਦੇ ਹੱਥ ਵਿੱਚ ਹੀ ਸਾਰਾ ਬਲ ਹੈ, ਜਦੋਂ ਆਪਣਾ ਆਪ ਉਹਨੂੰ ਸੌਂਪ ਦਈਏ ਤੇ ਵਾਹਿਗੁਰੂ ਦੀ ਕਿਰਪਾ ਇਹੋ ਜਿਹੀ ਵਰਤੀ, ਫਿਰ ਗਿਆਨ ਦ੍ਰਿਸ਼ਟੀ ਜਾਗਦੀ ਹੈ। ਉਹਨੂੰ ਫਿਰ ਕੋਈ ਉੱਤਮ ਕੋਈ ਨੀਚ ਨਹੀਂ ਉਹਦੇ ਵਾਸਤੇ ਰਹਿੰਦਾ। ਸਰਬ ਵਿੱਚ ਉਹਨੂੰ ਬ੍ਰਹਮ ਦਿਖਾਈ ਪੈਣ ਲੱਗ ਜਾਂਦਾ ਹੈ। ਐਸੀ ਇਹ ਅਸਚਰਜ ਕਲਾ ਵਰਤਦੀ ਹੈ ਕਿ ਫਿਰ ਵਾਹਿਗੁਰੂ ਦਾ ਉਹਨੂੰ ਦਰਸ਼ਨ ਸਭ ਥਾਵਾਂ ਤੇ ਹੋਣ ਲੱਗ ਪੈਂਦਾ ਹੈ। ਹੁਣ ਆਪਾਂ ਪੌੜੀ ਦੇ ਅਰਥ ਜਿਹੜੇ ਆ ਉਹ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ ਆ ਕਿ ਸਤਿਗੁਰੂ ਜੀ, ਪਿਛਲੀ ਪੌੜੀ ਵਿੱਚ ਮਹਾਰਾਜ ਨੇ ਭੂਮਿਕਾ ਦੱਸੀਆਂ ਨਾ, ਉਪਾਸਨਾ ਦੱਸੀ, ਤੇ ਹੁਣ ਇਸ ਪੌੜੀ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜੋ ਮੰਨਣ ਰੂਪ ਹੈ ਨਾ, ਉਸ ਬਾਰੇ ਮਹਾਰਾਜ ਨੂੰ ਪੁੱਛਦੇ ਆ। ਤੇ ਮਹਾਰਾਜ ਨੂੰ ਪੁੱਛਦੇ ਆ ਵੀ ਦੱਸੋ ਮਹਾਰਾਜ ਜੀ, ਜੀਵ ਸੁਤੰਤਰ ਹੈ ਕਿ ਪਤੰਤਰ ਹੈ? ਭਾਵ ਆਪਣੀ ਮਰਜ਼ੀ ਨਾਲ ਕੁਝ ਕਰ ਸਕਦਾ ਕਿ ਜਾਂ ਇਹ ਪਰ ਅਧੀਨ ਹੈ? ਤਾਂ ਸਤਿਗੁਰੂ ਜੀ ਉੱਤਰ ਦਿੰਦੇ, ਆਖਣ ਜੋਰ। ਮਹਾਰਾਜ ਕਹਿੰਦੇ ਸਿੱਧੋ, ਜੀਵ ਪਤੰਤਰ ਹੈ, ਇਸ ਕਰਕੇ ਪਰਮੇਸ਼ਰ ਦੀ ਸੱਤਾ ਤੋਂ ਬਿਨਾਂ ਕਿਸੇ ਦਾ ਆਖਣ ਦਾ ਜ਼ੋਰ ਨਹੀਂ। ਜੇ ਕੋਈ ਬੋਲਦਾ ਵੀ ਹੈ ਨਾ, ਤੇ ਉਹਦੇ ਵਿੱਚ ਬੈਠਾ ਕੌਣ ਬੋਲ ਰਿਹਾ? ਸਭ ਦੇ ਅੰਦਰ ਉਹਦੀ ਸੱਤਾ ਬੋਲ ਰਹੀ ਹੈ। ਇਸ ਕਰਕੇ ਜੀਵ ਦਾ ਆਖਣ ਵਿੱਚ, ਬੋਲਣ ਵਿੱਚ ਵੀ ਕੋਈ ਜ਼ੋਰ ਨਹੀਂ। ਵਾਹਿਗੁਰੂ ਦੇ ਹੁਕਮ 'ਚ ਹੀ ਸਭ ਕੁਝ ਬੋਲ ਰਹੇ ਆ। ਮਹਾਰਾਜ ਦੀ ਬਾਣੀ ਕਹਿੰਦੀ ਆ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜਦੋਂ ਵਾਹਿਗੁਰੂ ਨੂੰ ਆਪਣੀ ਜੋਤ ਖਿੱਚ ਲੈਣਾ, ਕਦੇ ਮੁਰਦਾ ਵੀ ਕਿਸੇ ਨੇ ਵਖਿਆਨ ਕਰਦਾ ਵੇਖਿਆ? ਹਾਂਜੀ। ਕੱਲ ਦੀ ਕਿ ਪਰਸੋਂ ਦੀ ਗੱਲ ਹੈ, ਮੈਂ ਆਪਣਾ ਮੈਸੇਜ ਵੇਖ ਰਿਹਾ ਸੀਗਾ, ਤੇ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਹਨਾਂ ਨੇ ਜ਼ਿਕਰ ਕੀਤਾ ਸੀ, ਗੁਰਮੁਖ ਪਿਆਰਿਆਂ ਨੇ, ਕਿ ਕੋਈ ਬੀਬੀ ਬਰਾਗ ਕਰ ਰਹੀ ਸੀ। ਉਹਨੂੰ ਪੁੱਛਿਆ ਵੀ ਬੀਬੀ ਤੂੰ ਬਰਾਗ ਕਿਉਂ ਕਰਦੀ ਹੈ ਇੱਥੇ ਦੁੱਖ ਭੰਜਨੀ ਬੇਰੀ ਸਾਹਿਬ ਥੱਲੇ? 2 ਦਿਨ ਪਹਿਲਾਂ ਦੀ ਗੱਲ ਹੈ, 1-2 ਦਿਨ ਪਹਿਲਾਂ। ਉਹਨੇ ਕਿਹਾ ਵੀ ਮੇਰਾ ਬੱਚਾ ਤੇ ਇਹਦੀ ਆਵਾਜ਼ ਚਲੀ ਗਈ, ਗੂੰਗਾ ਹੋ ਗਿਆ, ਸਵੇਰੇ ਉੱਠਿਆ ਬੋਲਦਾ ਹੀ ਨਹੀਂ ਕੁਛ, ਗੂੰਗਾ ਹੋ ਗਿਆ। ਡਾਕਟਰਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਨਹੀਂ, ਹੁਣ ਬੋਲ ਹੀ ਨਹੀਂ ਸਕਦਾ, ਇਹਦੀ ਆਵਾਜ਼ ਨਹੀਂ ਆ ਸਕਦੀ। ਕਹਿੰਦੇ ਅਸੀਂ ਸਾਰੇ ਯਤਨ ਕਰਕੇ ਹਾਰ ਗਏ ਤੇ ਮਹਾਰਾਜ ਦੇ ਘਰ ਆਏ ਆ, ਦੁੱਖ ਭੰਜਨੀ ਬੇਰੀ ਸਾਹਿਬ ਥੱਲੇ ਇਸ਼ਨਾਨ ਕੀਤਾ ਤੇ ਇਹਦੀ ਜ਼ਬਾਨ ਪਰਤ ਆਈ ਆ। ਉਸੇ ਵੇਲੇ ਬੋਲਿਆ। ਉਹ ਬੋਲਦਾ ਵੀ ਬੱਚਾ ਉਹਨਾਂ ਨੇ ਉੱਤੇ ਉਹਦੀ ਉਹ ਮੂਵੀ ਪਾਈ ਸੀ। ਤੇ ਗੁਰੂ ਸਾਹਿਬ ਜੀ ਦੇ ਘਰ ਆਉਂਦੇ ਆਂ ਇਸ਼ਨਾਨ ਕੀਤਾ, ਹਾਲਾਂਕਿ ਉਹ ਸਿੱਖੀ ਸਰੂਪ 'ਚ ਵੀ ਨਹੀਂ। ਜਦੋਂ ਸਤਿਗੁਰੂ ਜੀ ਆਪਣੀ ਸੱਤਾ ਬਖਸ਼ਦੇ ਆ ਨਾ, ਉਹ ਸੱਤਾ ਦੇ ਨਾਲ ਹੀ ਸਾਰੇ ਜੀਵ ਬੋਲਦੇ ਆ। ਜੇ ਮਹਾਰਾਜ ਨਾ ਚਾਹੁਣ ਤੇ ਜੀਵ ਉੱਥੇ ਦਾ ਉੱਥੇ ਗੂੰਗਾ ਹੋ ਜਾਊਗਾ, ਬੋਲ ਨਹੀਂ ਸਕਦਾ। ਕਿਸੇ ਦੇ ਆਖਣ ਦਾ ਕੋਈ ਬਲ ਨਹੀਂ। ਜੇ ਮਨ ਵਿੱਚ ਵਿਚਾਰ ਹੁੰਦੀ ਹੈ ਨਾ ਵੀ ਮੈਂ ਆਹ ਗੱਲ ਆਖਾਂਗਾ, ਤੇ ਮੌਕਾ ਪੈਣ ਤੇ ਕੁਝ ਹੋਰ ਹੀ ਨਿਕਲ ਜਾਂਦੇ ਮੂੰਹ ਤੋਂ ਗੱਲ। ਉਹ ਕੁੰਭਕਰਨ ਦੀ ਸਾਖੀ ਆਉਂਦੀ ਨਾ, ਉਹ ਕਹਿੰਦੇ ਜਦੋਂ ਇਹ ਇਹਨਾਂ ਦੀ ਪੁਰਾਣਾਂ ਦੇ ਵਿੱਚ ਇਹ ਕਥਾ ਵਾ, ਤੇ ਇਹ ਵਰ ਮੰਗਣ ਲੱਗਾ ਜਦੋਂ, ਤੇ ਇਹਨੇ ਵਰ ਮੰਗਣਾ ਸੀ ਕਿ ਮੈਨੂੰ ਇੰਦਰਾਸਣ ਪ੍ਰਾਪਤ ਹੋ ਜਾਵੇ, ਇੰਦਰ ਦਾ ਆਸਣ, ਭਾਵ ਸਵਰਗਾਂ ਦਾ ਰਾਜ ਮਿਲੇ। ਤੇ ਇੰਦਰ ਨੇ ਉਸੇ ਸਮੇਂ ਸਰਸਵਤੀ ਨੂੰ ਆਖਿਆ ਕਿ ਸਮਝਣ ਵਾਸਤੇ ਹੁੰਦੀਆਂ ਸਾਖੀਆਂ,
कि ये तो मेरा आसन खोलूगा। ते ब्रह्मा ने विचार के सरस्वती नूं फिर प्रेरिया ते ओहदी रसना ते बह गई जाके, ते उल्ट गल कढ़ाई ओहदे मूँह तो। ये बाणी दी देवी मनी है ना। जदों ये जबान तो बोलन लगा ते कहना ही इंद्रासन, ते इहदे मूँह तो निकलिया मैनूं निंद्रासन बख्शो। निंद्रासन भाव निंद्रा दा आसन। ਉਹਨੇ ਕਿਹਾ ਤਥਾਸਤੂ। 6 ਮਹੀਨੇ ਫਿਰ ਸੁੱਤਾ ਹੀ ਰਹਿੰਦਾ ਸੀ। ਮੂੰਹ ਤੋਂ ਬੋਲਣਾ ਕੁਝ ਹੀ, ਬੋਲ ਕੁਝ ਨਿਕਲ ਗਿਆ। ਆਪਣੇ ਕੋਲੋਂ ਵੀ ਅਚਨਚੇਤ ਕਈ ਵਾਰੀ ਜੋ ਸੋਚਿਆ ਹੁੰਦਾ, ਜੋ ਬੋਲਣਾ ਚਾਹੁੰਦੇ ਆ, ਉਹ ਨਹੀਂ ਬੋਲਿਆ ਜਾਂਦਾ। ਸਾਡੇ ਨਾਲ ਕਥਾ ਕਰਦੇ ਆ ਤਾਂ ਬਹੁਤ ਵਾਰੀ ਇਦਾਂ ਹੋ ਜਾਂਦਾ। ਜਿਵੇਂ ਮੈਂ ਇੱਕ ਵਾਰੀ ਕਥਾ ਕਰਦਾ ਸੀ ਤੇ ਉਹ ਅਸਾਮ ਦਾ ਰਾਜਾ ਰਤਨ ਰਾਏ ਕਹਿਣਾ ਸੀ, ਤੇ ਮੇਦਨੀ ਪ੍ਰਕਾਸ਼ ਮੇਰੇ ਮੁਖ ਤੋਂ ਨਿਕਲ ਗਿਆ। ਤੇ ਫਿਰ ਭੈਣ ਜੀ ਨੇ ਮੈਨੂੰ ਦੱਸਿਆ ਕਿ ਉਹ ਪੁੱਛਿਆ ਪਹਿਲਾਂ ਵੀ ਕਿਹੜਾ ਰਾਜਾ ਸੀ। ਮੈਂ ਰਤਨ ਰਾਏ। ਕਹਿੰਦੇ ਕਥਾ 'ਚ ਤੁਸੀਂ ਮੇਦਨੀ ਪ੍ਰਕਾਸ਼ ਕਿਹਾ। ਇਸ ਤਰ੍ਹਾਂ ਹੋ ਜਾਂਦਾ। ਸੁਤੇ ਹੀ ਗਲਤੀ ਹੋਣੀ, ਆਪਣੇ ਆਪ ਨੂੰ ਨਾ ਪਤਾ ਲੱਗਣਾ, ਇਹ ਆਪਣੇ ਵੱਸ ਨਹੀਂ। ਕਿਉਂਕਿ ਜਦੋਂ ਆਪਾਂ ਕਥਾ ਵੀ ਕਰਦੇ ਆ ਨਾ, ਤੇ ਫਿਰ ਆਪਾਂ ਮਹਾਰਾਜ ਦੇ ਅੱਗੇ ਜੋਦੜੀ ਕਰਦੇ ਆ। ਉਹ ਇੱਕ ਮੰਗਲ ਇਸ ਤਰ੍ਹਾਂ ਦਾ ਜਿਹੜਾ ਜੋਦੜੀ ਦਾ ਕਥਾ ਦੇ ਕਰਨ ਲਈ ਹੁੰਦਾ ਕਿ ਮਹਾਰਾਜ ਕਿਰਪਾ ਕਰਕੇ ਆਪ ਰਸਨਾ ਤੇ ਵਸਿਓ, ਤੇ ਆਪ ਹੀ ਮਹਾਰਾਜ ਬੁੱਧੀ ਤੇ ਮਨ ਤੇ ਵਾਸ ਕਰਕੇ ਕਥਾ ਕਰਾਇਓ। ਮਹਾਰਾਜ ਨੇ ਕਿਹਾ ਨਾ, ਬੇਸਮਾਰ ਅਥਾਹ ਜਿਹੜਾ ਪਰਮੇਸ਼ਰ ਵਾ ਉਹ ਗਿਣਿਆ ਨਹੀਂ ਜਾਂਦਾ। ਬੇਸਮਾਰ ਅਥਾਹ ਅਗਣਤ ਅਤੁੱਲ ਹੈ। ਤੇ ਫਿਰ ਬੇਨਤੀ ਕੀਤੀ ਹੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਮਹਾਰਾਜ ਇੰਨੀ ਨਿਮਰਤਾ ਨਾਲ ਕਹਿੰਦੇ, ਵਾਹਿਗੁਰੂ ਜੀ ਜਿਵੇਂ ਤੁਸੀਂ ਸਾਨੂੰ ਬੁਲਾਉਂਦੇ ਹੋ ਅਸੀਂ ਤਿਵੇਂ ਬੋਲਦੇ ਹਾਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਬੇਨਤੀ ਕਰਨ ਦੀ ਇਜਾਜ਼ਤ ਦੱਸਦੇ ਆ। ਤੇ ਫਿਰ ਮਹਾਰਾਜ ਆਪ ਹੀ ਕਿਰਪਾ ਕਰਕੇ ਬੁਲਾਉਂਦੇ ਆ। ਉਹ ਕੋਈ ਮਨੁੱਖ ਕੋਈ ਕਥਾ ਕਰਨ ਵਾਲਾ ਨਹੀਂ ਬੋਲ ਰਿਹਾ। ਜਿਨ੍ਹਾਂ ਸਤਿਗੁਰਾਂ ਜੀ ਦੀ ਬਾਣੀ ਦੇ ਅਰਥ ਹੋ ਰਹੇ ਆ, ਜਾਣੋ ਉਹ ਸਤਿਗੁਰੂ ਜੀ ਆਪ ਬੋਲ ਰਹੇ ਆ। ਹੁਣ ਜਪਜੀ ਸਾਹਿਬ ਦੀ ਇਹ ਕਥਾ ਹੈ, ਤੇ ਇਹ ਕਿਸੇ ਮਨੁੱਖ ਦਾ ਉਪਦੇਸ਼ ਨਹੀਂ ਹੈ। ਇਹ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਸਿੱਧੋ ਜੀਵ ਦਾ ਆਖਣ 'ਚ ਵੀ ਕੋਈ ਜ਼ੋਰ ਨਹੀਂ। ਆਪਣੇ ਮਰਜ਼ੀ ਦੇ ਨਾਲ ਆਪਣੇ ਮੁਖ ਤੋਂ ਜੋ ਕੁਝ ਬੋਲਦਾ ਨਾ, ਸੋਚਦਾ ਕਿ ਮੇਰਾ ਬੋਲਣ 'ਚ ਮੇਰਾ ਜ਼ੋਰ ਆ, ਮੇਰਾ ਵਾਸ ਹੈ, ਮੈਂ ਬੋਲ ਸਕਦਾ, ਜੋ ਮਰਜ਼ੀ ਬੋਲਾਂ। ਸਭ ਕੁਝ ਨਿਰੰਕਾਰ ਆਪ ਹੀ ਕਰਾ ਰਿਹਾ। ਜੇ ਕੋਈ ਜ਼ੋਰ ਨਾਲ ਆਖ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਜ਼ੋਰ ਨਾਲ ਪਰਮੇਸ਼ਰ ਦੀ ਪ੍ਰਾਪਤੀ ਵੀ ਕੋਈ ਨਹੀਂ ਕਰ ਸਕਦਾ। ਇਉਂ ਦੋ ਪ੍ਰਕਾਰ ਨਾਲ ਅਰਥ ਲਾਉਣਾ ਜਿਹੜਾ ਹੈ। ਪਰਮੇਸ਼ਰ ਦੇ ਗੁਣ ਆਖਣ ਦਾ ਵੀ ਕਿਸੇ ਵਿੱਚ ਬਲ ਨਹੀਂ ਹੈ। ਵਾਹਿਗੁਰੂ ਦੇ ਗੁਣ ਨਹੀਂ ਕੋਈ ਮੁਖ ਤੋਂ ਆਖ ਸਕਦਾ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜਿਹਨੂੰ ਆਪ ਮੇਰਾ ਵਾਹਿਗੁਰੂ ਜਪਾਉਂਦਾ ਨਾ, ਉਹ ਹੀ ਨਾਮ ਜਪਦਾ। ਬਾਕੀ ਤਾਂ ਫਿਰ ਫੁਰਨਿਆਂ 'ਚ ਹੀ ਰੁੜੇ ਰਹਿੰਦੇ ਆ ਮਨ। ਜਿਹਨੂੰ ਆਪ ਮਹਾਰਾਜ ਗਾਇਨ ਕਰਨ ਦੀ ਸ਼ਕਤੀ ਦਿੰਦੇ ਆ, ਉਹ ਵਾਹਿਗੁਰੂ ਦੇ ਗੁਣ ਗਾਉਂਦਾ। ਜਦੋਂ ਇਹੋ ਜਿਹਾ ਕੋਈ ਮਹਾਰਾਜ ਦਾ ਬਖਸ਼ਿਆ ਕੀਰਤਨੀਆ ਸੁਰਾਂ ਤੇ ਹੱਥ ਰੱਖਦਾ, ਫਿਰ ਐਨ ਵਿਸਮਾਦ ਹੋ ਜਾਂਦਾ। ਫਿਜ਼ਾ ਵਿੱਚ ਵੀ ਅੰਮ੍ਰਿਤ ਘੁਲ ਜਾਂਦਾ। ਫਿਰ ਮਹਾਰਾਜ ਜੀ ਕਹਿੰਦੇ ਆ, ਚੁੱਪੈ ਨਹਿ ਜੋਰ। ਕੋਈ ਆਦਮੀ ਮੌਨ ਧਾਰ ਕੇ ਹੱਠ ਕਰਕੇ ਚੁੱਪ ਰਹਿੰਦੇ ਆ, ਪਰ ਜਦੋਂ ਅਚਾਨਕ ਕੋਈ ਮੌਕਾ ਪਵੇ ਤਾਂ ਸਭ ਕੁਝ ਬੋਲ ਪੈਂਦੇ ਆ। ਕਿਉਂਕਿ ਅੰਦਰ ਜਿਹੜਾ ਨਾ ਮਨ, ਉਹ ਨਹੀਂ ਚੁੱਪ ਕਰਦਾ। ਫਿਰ ਕੌੜਾ ਬੋਲ ਕੇ ਬੇਰਸੀ ਕਰ ਲੈਂਦੇ ਆ। ਹਾਂਜੀ, ਬੋਲਣ ਦਾ ਜ਼ੋਰ ਜੀਵ 'ਚ ਨਹੀਂ, ਚੁੱਪ ਰਹਿਣ ਦਾ ਵੀ ਜ਼ੋਰ ਨਹੀਂ ਉਹਦੇ 'ਚ, ਆਪਣੇ ਵੱਸ ਨਹੀਂ। ਕਈ ਵਾਰੀ ਜਦੋਂ ਕ੍ਰੋਧ ਆਉਂਦਾ ਨਾ, ਤਾਂ
ਬਾਣੀ ਪੜ੍ਹਦੇ ਹਾਂ, ਜੇ ਕਿਤੇ ਗੁੱਸਾ ਆ ਜੇ ਤੇ ਬਾਣੀ ਸੰਕੇਤ ਦੇ ਰਹੀ ਹੈ ਕਿ ਤੂੰ ਸੰਕੋਚ ਕਰ, ਤੂੰ ਸਹਿਜ ਵਿੱਚ ਆ ਜਾ। ਪਰ ਕ੍ਰੋਧ ਕਹਿ ਰਿਹਾ ਹੁਣੇ ਹੀ ਦੱਸ, ਇਹ ਬਦਲਾ ਲੈ, ਦੱਸ ਇਹਨੂੰ, ਇਹ ਮਰਜ਼ਾਦਾ ਵਾ, ਇਵੇਂ ਹੋਣਾ ਚਾਹੀਦਾ। ਉਹ ਆਪਣੇ ਕ੍ਰੋਧ ਨੂੰ ਵੀ ਮਰਜ਼ਾਦਾ ਦਾ ਰੂਪ ਪਹਿਨਾ ਲੈਂਦੇ, ਕ੍ਰੋਧ ਨੂੰ ਵੀ ਸੱਚ ਦਾ ਰੂਪ ਪਹਿਨਾ ਲੈਂਦੇ ਆ। ਤੇ ਉਹ ਬੋਲ ਫਿਰ ਬੋਲ ਬੈਠਦੇ ਆ ਜਿਨ੍ਹਾਂ ਨਾਲ ਆਪਣਾ ਨੁਕਸਾਨ ਹੋ ਜਾਂਦਾ, ਕਿਉਂਕਿ ਚੁੱਪ ਰਹਿਣ 'ਚ ਵੀ ਜੀਵ ਦਾ ਜ਼ੋਰ ਨਹੀਂ, ਵਸ ਨਹੀਂ। ਇੱਦਾਂ ਸਤਿਗੁਰੂ ਜੀ ਕਹਿੰਦੇ ਆ, ਨਾ ਆਖਣ ਵਿੱਚ ਨਾ ਬੋਲਣ ਵਿੱਚ ਕੋਈ ਜੀਵ ਦਾ ਵਸ ਵਾ, ਕੋਈ ਜ਼ੋਰ ਵਾ, ਤੇ ਨਾ ਹੀ ਚੁੱਪ ਰਹਿ ਸਕਦਾ ਹੈ। ਚੁੱਪ ਰਹਿਣ ਵਿੱਚ ਵੀ ਇਸਦਾ ਕੋਈ ਆਪਣਾ ਵਸ ਨਹੀਂ। ਜ਼ੋਰ ਨਾ ਮੰਗਣ, ਕਈਆਂ ਦਾ ਖਿਆਲ ਹੁੰਦਾ ਕਿ ਅਸੀਂ ਜ਼ੋਰ ਨਾਲ ਮੰਗ ਲਵਾਂਗੇ, ਪਰ ਕਿਸੇ ਦਾ ਮੰਗਣਾ ਵੀ ਜ਼ੋਰ ਜਿਹੜਾ ਬਲ ਹੈ ਨਾ, ਉਹ ਮਹਾਰਾਜ ਕਹਿੰਦੇ ਭਾਈ ਆਪਣੇ ਵਸ ਨਹੀਂ। ਕਈ ਲੋਕ ਅੰਦਰੋਂ ਕੁਝ ਹੋਰ ਮੰਗਣਾ ਚਾਹੁੰਦੇ ਹਨ ਤੇ ਬਾਹਰੋਂ ਕੁਝ ਹੋਰ ਮੰਗ ਲੈਂਦੇ ਹਨ। ਜੇ ਮੰਗਣ ਦਾ ਜ਼ੋਰ ਹੋਵੇ ਤਾਂ ਸਾਰੇ ਲੋਕ ਮੰਗ ਕੇ ਹੀ ਪ੍ਰਾਪਤੀ ਕਰ ਲੈਣ। ਵਾਹਿਗੁਰੂ ਦਾ ਮੰਗਤਾ ਬਣਨਾ ਵੀ ਆਪਣੇ ਵਸ ਨਹੀਂ ਜੀਵ ਦੇ। ਮਹਾਰਾਜ ਸਾਹਿਬ ਜੀ ਨੇ ਉਹ ਸ਼ਬਦ ਕਹੇ ਨਾ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗਹਿ ਬਦਨ ਪਸਾਰ, ਫਿਰ ਕਹੇ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਕਹਿੰਦੇ ਜੀਵ ਵਾਹਿਗੁਰੂ ਦਾ ਮੰਗਤਾ ਬਣ ਜਾਵੇ, ਇਹਦੇ ਆਪਣੇ ਜ਼ੋਰ ਨਹੀਂ, ਆਪਣੇ ਵਸ ਨਹੀਂ ਹੈ। ਵਾਹਿਗੁਰੂ ਦੇ ਦਰ ਦਾ ਮੰਗਤਾ ਬਣਨਾ ਵੀ ਸੌਖਾ ਨਹੀਂ ਹੈ, ਇਹਦੇ ਆਪਣੇ ਵਸ ਨਹੀਂ। ਤੇ ਜ਼ੋਰ ਨਾਲ ਹੀ ਕੋਈ ਮੰਗਣਾ ਚਾਹਵੇ ਤੇ ਜ਼ੋਰ ਨਾਲ ਮੰਗ ਕੇ ਕੋਈ ਲੈ ਥੋੜ੍ਹਾ ਸਕਦਾ ਹੈ। ਜਿਵੇਂ ਕਈ ਮੰਗਤੇ ਬੜੇ ਜ਼ੋਰ ਨਾਲ ਉਹ ਪੈਸੇ ਮੰਗਦੇ ਆ ਵੀ ਜਿੱਦਾਂ ਜਦੋਂ ਹੁਣ ਤਾਂ ਨਹੀਂ ਉੱਥੇ ਮੰਗਤੇ ਬੈਠਦੇ, ਪਹਿਲਾਂ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਯਾਤਰਾ ਤੇ ਜਾਈਦਾ ਸੀ ਨਾ, ਤੇ ਕਈ ਵਾਰੀ ਮੰਗਤੇ ਰਾਹ 'ਚ ਬੈਠੇ ਹੁੰਦੇ ਸੀ ਤੇ ਇੱਕ ਮੰਗਤਾ ਨਾ ਉਹ ਪਿੱਛੇ ਪੈ ਜਾਂਦਾ ਹੁੰਦਾ ਸੀ। ਤੇ ਉਹ ਸਿੰਘ ਜਦੋਂ ਉਹਦੇ ਪਿੱਛੇ ਪੈ ਗਿਆ ਤੇ ਕਹਿੰਦਾ ਵੀ ਇਹ ਤਾਂ ਤੂੰ ਐਂ ਮੰਗ ਰਿਹਾ ਜਿੱਦਾਂ ਮੈਨੂੰ ਉਧਾਰੇ ਦਿੱਤੇ ਹੁੰਦੇ ਆ। ਜ਼ੋਰ ਨਾਲ ਧੱਕੇ ਨਾਲ ਹੀ ਮੰਗਦੇ। ਤੇ ਜ਼ੋਰ ਨਾਲ ਮੰਗਣਾ ਵੀ ਜਿਹੜਾ ਨਾ ਉਹ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ, ਭਾਵ ਇਹਦੇ ਵਸ ਨਹੀਂ ਹੈ। ਜ਼ੋਰ ਨਾਲ ਮੰਗਣਾ ਵੀ ਇਹਦੇ ਵਸ ਨਹੀਂ ਹੈ। ਮੰਗਣ ਵਿੱਚ ਵੀ ਇਹਦਾ ਕੋਈ ਚਾਰਾ ਨਹੀਂ ਚੱਲਦਾ। ਦੇਣ ਨਾ ਜ਼ੋਰ, ਦਾਨ ਦੇ ਦੇਣ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ। ਜਿਵੇਂ ਰਾਜੇ ਹਰੀਚੰਦ ਦਾ ਪਿਤਾ ਜਿਹੜਾ ਤ੍ਰਿਸ਼ੰਕੂ ਸੀ ਨਾ, ਸਾਖੀ ਲੰਬੀ, ਉਦੋਂ ਟੂਕ ਮਾਤਰ ਹੀ ਬੇਨਤੀ ਕਰਦਾ। ਵਿਸ਼ਵਾਮਿੱਤਰ ਨੇ ਮੰਤਰਾਂ ਦੇ ਬਲ ਨਾਲ ਸੁਰਗ ਪਹੁੰਚਾਉਣਾ ਚਾਹਿਆ ਸੀ ਇਹਨੂੰ, ਤੇ ਇੰਦਰ ਨੇ ਕਿਹਾ ਕਿ ਆਪ ਦੇ ਗੁਰੂ ਵਸ਼ਿਸ਼ਟ ਤੋਂ ਇਹ ਬੇਮੁਖ ਵਾ, ਇਸ ਕਰਕੇ ਸਵਰਗ ਵਿੱਚ ਨਾ ਜਾਣ ਦਿੱਤਾ ਜਾਵੇ। ਆਕਾਸ਼ 'ਚ ਹੀ ਕਹਿੰਦੇ ਉਹ ਅਟਕ ਗਿਆ ਤ੍ਰਿਸ਼ੰਕੂ ਜਿਹੜਾ ਸੀਗਾ। ਤੇ ਤ੍ਰਿਸ਼ੰਕੂ ਦਾ ਪੁੱਤਰ ਹਰੀਚੰਦ ਜਿਹੜਾ ਸੀ ਉਹ ਵਸ਼ਿਸ਼ਟ ਜੀ ਨੂੰ ਗੁਰੂ ਧਾਰਿਆ। ਇਸ ਤੋਂ ਵਿਸ਼ਵਾਮਿੱਤਰ ਨਾਰਾਜ਼ ਹੋਇਆ। ਉਹ ਲੰਬੀ ਉਹਨਾਂ ਦੀ ਸਾਖੀ, ਉਹ ਉਹਨੂੰ ਸਵਰਗ ਪਹੁੰਚਾਉਣਾ ਚਾਹੁੰਦਾ ਸੀ। ਕਹਿੰਦਾ ਮੈਂ ਇਹਦੇ ਪਿਤਾ ਨੂੰ ਸਣਦੇਹ ਸਵਰਗ ਵਿੱਚ ਪਹੁੰਚਾਉਂਦਾ ਸੀ, ਇਹ ਮੇਰਾ ਚੇਲਾ ਕਿਉਂ ਨਹੀਂ ਬਣਦਾ। ਇਸ ਕਰਕੇ ਈਰਖਾ ਕਰਕੇ ਹਰੀਚੰਦ ਦਾ ਸਾਰਾ ਜਿਹੜਾ ਬਾਗ ਸੀ ਉਹਨੇ ਪੁੱਟ ਮਾਰਿਆ ਤੇ 18 ਭਾਰ ਦਾਨ ਪੂਰੇ ਨਾ ਹੋਣ ਕਰਕੇ ਉਹ ਕਿਹਾ ਨਾ ਵੀ ਮੈਨੂੰ ਦਾਨ ਦੇ, ਤੇ ਉਹਦੀ ਸਾਰੀ ਵਿਭੂਤੀ ਉਹਨੇ ਨਾਸ਼ ਕਰ ਦਿੱਤੀ ਸੀਗੀ। ਤੇ ਫਿਰ ਉਹ ਸਾਰਾ ਦਾਨ ਜਿਹੜਾ ਜਦੋਂ ਪੂਰਾ ਨਾ ਹੋਇਆ ਤੇ ਕਾਸ਼ੀ ਦੇ ਆਦਮ ਫਰੋਸ਼ੀ ਮੰਡੀ ਵਿੱਚ ਜਾ ਕੇ ਆਪ ਵਿਕਿਆ ਸੀਗਾ। ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ, ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ, ਆਪ ਭੁਲਾਏ ਆਪੇ ਮਤ ਦੇਵੈ। ਮੇਰਾ ਵਾਹਿਗੁਰੂ ਆਪ ਹੀ ਭੁਲਾ ਦਿੰਦਾ, ਆਪ ਹੀ ਮਤ ਦਿੰਦਾ ਹੈ। ਮਹਾਰਾਜ ਨੇ ਬਾਣੀ ਵਿੱਚ ਹੋਰ ਜ਼ਿਕਰ ਕੀਤਾ, ਹਰੀ ਚੰਦ ਰਾਜੇ, ਜਿਹੜਾ ਹਰੀ ਚੰਦ ਰਾਜਾ ਸੀਗਾ, ਹਰੀ ਚੰਦ ਪ੍ਰਿਥਵੀ ਪਤ ਰਾਜੇ, ਕਾਗਦ ਕੀਮ ਨਾ ਪਾਈ, ਔਗਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇਖਾਸ ਵਿਕਾਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਦਾਨੀ ਮੰਨਿਆ ਸੀਗਾ ਹਰੀਸ਼ ਚੰਦ। ਉਹ ਜਦੋਂ ਕੋਈ ਆਪਣੇ ਕੋਈ ਦਾਨ ਦੇ ਕੇ ਤੇ ਆਪਣੇ ਮੂੰਹੋਂ ਕਈ ਵਾਰੀ ਕਹਿੰਦੇ ਹੁੰਦੇ ਨਾ,
ਉਹ ਮੈਂ ਉੱਥੇ ਇੰਨਾ ਦਾਨ ਦਿੱਤਾ। ਤੇ ਫਿਰ ਉਹ ਦੂਜਾ ਵਿਅੰਗ ਕੱਸਦਾ ਹੈਗਾ, ਚੱਲ ਤੂੰ ਵੱਡਾ ਹਰੀਸ਼ ਚੰਦਰ। ਇਹ ਹਰੀਸ਼ ਚੰਦਰ ਰਾਜਾ ਉਹ ਹੈ ਜਿਹੜਾ 1.25 ਮਣ ਸੋਨਾ ਰੋਜ਼ ਦਾਨ ਕਰਦਾ ਸੀਗਾ। ਤੇ ਉਹਦੀ ਹਾਲਤ ਇਹ ਹੋਈ, ਉਹਨੂੰ ਮੰਡੀ 'ਚ ਵਿਕਣਾ ਪਿਆ ਸੀ। ਮਹਾਰਾਜ ਕਹਿੰਦੇ ਦਾਨ ਦੇ ਦੇਣ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ। ਕਦੇ ਉਹਦੇ ਕੋਲ ਸਾਰੀ ਵਿਭੂਤੀ ਮੁੱਕ ਗਈ ਸੀ ਤੇ ਆਪ ਵਿਕ ਗਿਆ ਸੀਗਾ, ਆਪਣਾ ਆਪ ਹੀ ਉਹਨੇ ਵੇਚ ਦਿੱਤਾ ਸੀ। ਉਹ ਸਾਖੀ ਲੰਮੀ ਮੈਂ ਸਾਰੀ ਸੁਣਾਵਾਂਗਾ ਤੇ ਉਹ ਫਿਰ ਬਹੁਤ ਸਮਾਂ ਲੱਗੂਗਾ। ਜ਼ੋਰ ਨਾ ਜੀਵਨ, ਜਿਉਣ ਵਿੱਚ ਵੀ ਮਹਾਰਾਜ ਕਹਿੰਦੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕਈਆਂ ਨੇ ਬੜੇ ਬੜੇ ਯਤਨ ਕੀਤੇ ਜਿਉਂਦੇ ਰਹੀਏ, ਪਰ ਫਿਰ ਵੀ ਜਿਉਂਦੇ ਨਾ ਰਹਿ ਸਕੇ। ਚਿਰੰਜੀਵੀਆਂ ਨੂੰ ਵੀ ਮੌਤ ਨੇ ਘੇਰ ਲਿਆ। ਭੀਸ਼ਮ ਨੂੰ ਵਰ ਸੀਗਾ ਇੱਛਾ ਮ੍ਰਿਤੂ ਦਾ, ਫਿਰ ਉਹ ਵੀ ਜਿਹੜਾ ਹੈ ਮਰਨਾ ਪਿਆ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਜਿਨ ਵਾਹਿਗੁਰੂ ਨੂੰ ਨਹੀਂ ਜਾਣਿਆ, ਸਹਿਜ ਨਹੀਂ ਆਇਆ। ਮਹਾਰਾਜ ਕਹਿੰਦੇ ਭਾਈ ਜਿਉਣ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲਦਾ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ ਜੀਵ ਦਾ ਜੀਵਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਜਿਹੜੀ ਜੀਵਨ ਦੀ ਜੁਗਤ ਹੈ ਨਾ, ਇਹ ਸਤਿਗੁਰਾਂ ਸਾਨੂੰ ਦੱਸੀ ਹੈ ਕਿ ਜੇ ਜੀਵਨ ਤੇਰੇ ਵਸ ਵਿੱਚ ਨਹੀਂ ਗਾ ਤੇ ਜੀਵਨ ਵਸ 'ਚ ਨਹੀਂ ਤੇ ਮਰਨ ਵੀ ਤੇਰੇ ਵਸ 'ਚ ਨਹੀਂ। ਤੇ ਫਿਰ ਮਹਾਰਾਜ ਕਹਿੰਦੇ ਆ ਮਰਨ ਨਹਿ ਜ਼ੋਰ, ਜ਼ੋਰ ਨਾਲ ਮਰਿਆ ਵੀ ਨਹੀਂ ਜਾਂਦਾ। ਜੇ ਜੀਵ ਜਿਹੜੇ ਕੋਈ ਸੋਚਦੇ ਆ ਕਿ ਅਸੀਂ ਤੇ ਆਪਣੀ ਮਰਜ਼ੀ ਨਾਲ ਜਿਹੜੇ ਆਤਮ ਹੱਤਿਆ ਕਰ ਲੈਂਦੇ, ਫਿਰ ਉਹ ਮਾਰੀ ਜਾਂਦੇ। ਵਾਹਿਗੁਰੂ ਦਾ ਹੁਕਮ ਹੈ, ਉਹ ਹੁਕਮ ਦੀ ਖੇਡ ਨੂੰ ਆਪਾਂ ਜਾਣ ਨਹੀਂ ਸਕਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜਿਹੜਾ ਕੋਈ ਮੌਤ ਦਾ ਪੈਗਾਮ ਹੈ ਨਾ, ਇਹ ਵੀ ਜੀਵ ਦੇ ਆਪਣੇ ਵਸ ਨਹੀਂ ਹੈ। ਮਰਨ ਨੂੰ ਜੀਵ ਚਾਹੁੰਦਾ ਨਹੀਂ। ਬਾਂਛਤ ਨਾਹੀਂ ਸੋ ਵੇਲਾ ਆਈ, ਤਾਂ ਵੀ ਉਹ ਵੇਲਾ ਆ ਹੀ ਜਾਂਦਾ ਨਾ। ਚਾਹੁੰਦਾ ਨਹੀਂ ਹੈ ਪਰ ਫਿਰ ਵੀ ਉਹ ਵੇਲਾ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਆ ਨਾ ਜਿਉਣਾ ਜੀਵ ਦੇ ਵਸ ਹੈ, ਨਾ ਮਰਨਾ ਜੀਵ ਦੇ ਵਸ ਹੈ। ਫਿਰ ਸਤਿਗੁਰੂ ਜੀ ਨੇ ਕਿਹਾ ਜ਼ੋਰ ਨਾ ਰਾਜ ਮਾਲ ਮਨ ਸੋਰ। ਰਾਜ ਦੀ ਪ੍ਰਾਪਤੀ ਦਾ ਵੀ ਕੋਈ ਕਿੰਨੀ ਇੱਛਾ ਕਰਦੇ ਆ ਮੈਨੂੰ ਰਾਜ ਪ੍ਰਾਪਤ ਹੋਵੇ, ਤੇ ਰਾਜ ਵੀ ਵਾਹਿਗੁਰੂ ਜੀ ਦੇ ਹੁਕਮ 'ਚ ਹੀ ਪ੍ਰਾਪਤ ਹੁੰਦਾ, ਜ਼ੋਰ ਨਾਲ ਨਹੀਂ ਪ੍ਰਾਪਤ ਹੁੰਦਾ। ਯਤਨ ਕਰਦੇ ਆ ਬਹੁਤ ਜ਼ਿਆਦਾ। ਤੇ ਮਾਲ ਕਹਿੰਦੇ ਆ ਹਾਥੀ ਘੋੜੇ ਵਸਤੂਆਂ ਪਦਾਰਥ, ਇਹ ਵੀ ਜੀਵ ਨੂੰ ਆਪਣੇ ਜ਼ੋਰ ਨਾਲ ਨਹੀਂ ਪ੍ਰਾਪਤ ਹੁੰਦੇ। ਜੋ ਮਹਾਰਾਜ ਨੇ ਮਸਤਕ ਤੇ ਲਿਖਿਆ ਤੇ ਉਹ ਕੁਛ ਹੀ ਪ੍ਰਾਪਤ ਹੁੰਦਾ ਹੈ। ਇਹ ਵੀ ਜ਼ੋਰ ਨਹੀਂ ਚੱਲਦਾ ਕੁਛ ਵੀ। ਜੇ ਕੋਈ ਸੋਚਦਾ ਕਿ ਮੈਂ ਆਪਣੇ ਜ਼ੋਰ ਨਾਲ ਪ੍ਰਾਪਤ ਕਰਦਾ, ਮਹਾਰਾਜ ਕਹਿੰਦੇ ਮਨ ਦਾ ਹੀ ਸ਼ੋਰ ਸ਼ਰਾਬਾ ਰੌਲਾ ਹੈ। ਕਈ ਵਾਰ ਸਵਰਗ ਵਿੱਚੋਂ ਇੰਦਰ ਨੂੰ ਦੈਂਤਾਂ ਨੇ ਕੱਢਿਆ, ਮਨੁੱਖਾਂ ਦੀ ਤਾਂ ਗੱਲ ਹੀ ਕੀ ਆ, ਇੰਦਰ ਵਰਗਿਆਂ ਦੀ ਗੱਲ ਮਹਾਰਾਜ ਕਰਦੇ। ਕਈ ਵਾਰੀ ਦੇਵੀ ਨੇ ਦੈਂਤਾਂ ਨੂੰ ਮਾਰ ਮਾਰ ਕੇ ਉੱਥੋਂ ਬਾਹਰ ਕੱਢਿਆ। ਸਾਰੀਆਂ ਦਸਮ ਗ੍ਰੰਥ ਵਿੱਚ ਮਹਾਰਾਜ ਨੇ ਇਹ ਪੁਰਾਣਿਕ ਸਾਖੀਆਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਨਾ ਰਾਜ ਦੀ ਪ੍ਰਾਪਤੀ 'ਚ ਨਾ ਧਨ ਮਾਲ ਦੀ ਪ੍ਰਾਪਤੀ ਵਿੱਚ ਜੀਵ ਦਾ ਕੋਈ ਜ਼ੋਰ ਨਹੀਂ। ਮਸਤਕ ਤੇ ਲਿਖਿਆ ਹੋਇਆ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਾਰਾ ਕੁਝ ਜੀਵ ਨੂੰ ਪ੍ਰਾਪਤ ਹੁੰਦਾ, ਰਾਜ ਮਾਲ ਧਨ ਪਦਾਰਥ। ਤੇ ਜੇ ਕੋਈ ਕਹਿੰਦਾ ਕਿ ਮੈਂ ਪ੍ਰਾਪਤ ਕਰ ਸਕਦਾ ਹਾਂ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਦੇ ਮਨ ਦਾ ਹੀ ਰੌਲਾ ਹੈ। ਮਨ ਦੇ ਅੰਦਰ ਸ਼ੋਰ ਸ਼ਰਾਬਾ ਪਿਆ ਰਹਿੰਦਾ ਹੈ, ਮਨ ਜਿਹੜਾ ਭਟਕਿਆ ਰਹਿੰਦਾ ਹੈ। ਜੇ ਜੀਵ ਨੂੰ ਇਹ ਭੁਲੇਖਾ ਰਹਿੰਦਾ ਮਨ ਦੇ ਅੰਦਰ ਕਿ ਜ਼ੋਰ ਨਾਲ ਮੈਂ ਕਰ ਸਕਦਾ ਹਾਂ, ਮੈਂ ਆਪਣੇ ਜ਼ੋਰ ਨਾਲ ਬੋਲਦਾ, ਮਰਨਾ ਵੀ ਮੇਰੇ ਜ਼ੋਰ ਨਾਲ, ਮੈਂ ਮਰ ਵੀ ਸਕਦਾ ਆਪ, ਤੇ ਜੀਵ ਇਹ ਭੁਲੇਖੇ ਦਾ ਸ਼ਿਕਾਰ ਹੋ ਕੇ ਅੰਦਰੋਂ ਅਸ਼ਾਂਤ ਹੋ ਜਾਂਦਾ ਹੈ, ਕਿਉਂਕਿ ਇਹਦੇ ਆਪਣੇ ਵੱਸ ਤਾਂ ਕੁਛ ਵੀ ਨਹੀਂ। ਤੇ ਇਹ ਸਮਝਣ ਲੱਗ ਪੈਂਦਾ ਕਿ ਮੇਰੇ ਵੱਸ ਹੈ। ਨਾ ਜਿਉਣਾ ਵੱਸ ਹੈ, ਨਾ ਮਰਨਾ ਵੱਸ ਹੈ, ਨਾ ਪ੍ਰਾਪਤੀ ਕਿਸੇ ਚੀਜ਼ ਦੀ ਵੱਸ ਹੈ, ਤੇ ਨਾ ਮਹਾਰਾਜ ਕਹਿੰਦੇ ਭਾਈ ਆਖਣਾ
ਤੇ ਚੁੱਪ ਰਹਿਣਾ, ਇਹ ਕੁਝ ਵੀ ਵਸ ਨਹੀਂ ਹੈ। ਫਿਰ ਹਜ਼ੂਰ ਕਹਿੰਦੇ ਹਨ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਇਹ ਵੀ ਜ਼ੋਰ ਨਾਲ ਨਹੀਂ ਹੋ ਸਕਦਾ ਕਿ ਆਪਣੀ ਸੁਰਤ ਨੂੰ ਟਿਕਾ ਲਈਏ, ਗਿਆਨ ਦੀ ਵਿਚਾਰ ਕਰ ਲਈਏ, ਨਿਰਣਾ ਕਰ ਲਈਏ, ਸੁਰਤੀ ਟਿਕ ਜਾਵੇ। ਜ਼ੋਰ ਨਾਲ ਨਹੀਂ ਕਦੇ ਕਿਸੇ ਦੀ ਸੁਰਤ ਟਿਕੀ। ਵੇਦਾਂ ਦਾ ਪੜ੍ਹਨਾ, ਗਿਆਨ ਦਾ ਹਾਸਲ ਕਰਨਾ, ਨਿਰਗੁਣ ਸਰੂਪ ਦੀ ਵਿਚਾਰ ਪ੍ਰਾਪਤ ਹੋਣੀ, ਸਰਗੁਣ ਸਰੂਪ ਜਿਹੜੇ ਧਾਰੇ ਆ ਮਹਾਰਾਜ ਜੀ ਨੇ ਉਹਨਾਂ ਵਿੱਚ ਸੁਰਤ ਲੱਗ ਜਾਣੀ, ਤੇ ਇਹ ਵਿਚਾਰ ਕਰਨਾ। ਮਹਾਰਾਜ ਕਹਿੰਦੇ ਆ ਜ਼ੋਰ ਨਹੀਂ ਜੀਵ ਦਾ ਚੱਲ ਸਕਦਾ। ਸੁਰਤੀ ਜਿਹੜੀ ਆ ਨਾ ਸ੍ਰੇਸ਼ਟ ਸੋ ਰਤੀ ਪ੍ਰੀਤੀ ਭਾਵ ਕਰਨ ਨਾਲ ਤਾਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਜੇ ਸ੍ਰੇਸ਼ਟ ਪ੍ਰੀਤੀ ਨਹੀਂ ਕਰਨੀ ਜਾਣੀ, ਗਿਆਨ ਦੀ ਵਿਚਾਰ ਕਰਨ ਦਾ ਮਹਾਰਾਜ ਕਹਿੰਦੇ ਭਾਈ ਜ਼ੋਰ ਨਹੀਂ ਜੀਵ ਦਾ ਆਪਣਾ। ਆਪਣੇ ਜ਼ੋਰ ਨਾਲ ਆਪਣੇ ਅਸਲ ਸਰੂਪ ਨੂੰ ਨਹੀਂ ਪਹਿਚਾਣ ਸਕਦਾ। ਸੁਰਤੀ ਦਾ ਟਿਕ ਜਾਣਾ ਤੇ ਗਿਆਨ ਦਾ ਪ੍ਰਕਾਸ਼ ਹੋ ਜਾਣਾ ਤੇ ਸੁਭ ਵਿਚਾਰ ਹੋਣੀ, ਇਹਦੇ ਵਿੱਚ ਵੀ ਜੀਵ ਦਾ ਆਪਣਾ ਜ਼ੋਰ ਨਹੀਂ। ਜੇ ਆਪਣਾ ਜ਼ੋਰ ਹੋਵੇ ਤਾਂ ਫਿਰ ਜੀਵ ਕੌਣ ਕਹਿੰਦਾ ਹੈ ਕਿ ਮੇਰੀ ਬਦਨਾਮੀ ਹੋਵੇ, ਅਧੋਗਤੀ ਨੂੰ ਜਾਵਾਂ, ਗੁਰਮੁਖ ਬਣਾ ਮੈਂ। ਆਪਣੇ ਜ਼ੋਰ ਨਾਲ ਗੁਰਮੁਖ ਨਹੀਂ ਬਣਿਆ ਜਾਂਦਾ। ਜੇ ਆਪਾਂ ਨੂੰ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਮਹਾਰਾਜ ਦਿੱਤੀ ਹੈ, ਬਾਣੀ ਪੜ੍ਹਨ ਦੀ ਬਖਸ਼ਿਸ਼ ਕੀਤੀ ਹੈ, ਮਿੱਠਾ ਬੋਲਣ ਦਾ ਮਹਾਰਾਜ ਨੇ ਸੁਭਾਅ ਦਿੱਤਾ ਹੈ, ਚੰਗਾ ਕੋਈ ਗਿਆਨ ਦਾਨਾ ਪੁਣਾ ਦਿੱਤਾ, ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਮਹਾਰਾਜ ਏਡਾ ਆਪਦਾ ਧੰਨਵਾਦ ਹੈ ਕਿ ਮੈਨੂੰ ਮਹਾਰਾਜ ਨੇ ਇੰਨੇ ਕਿਰਪਾ ਕਰਕੇ ਸੁੱਖ ਦਿੱਤੇ ਆ, ਆਪਣੀ ਬਾਣੀ ਪੜ੍ਹਨ ਦੀ ਦਾਤ ਦਿੱਤੀ ਹੈ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਜਨਮ ਦਿੱਤਾ ਹੈ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਇੰਨੀਆਂ ਦਾਤਾਂ ਦਿੱਤੀਆਂ ਨੇ, ਚੰਗਾ ਸੁਭਾਅ ਦਿੱਤਾ ਹੈ, ਮਿੱਠਾ ਬੋਲਣਾ ਦਿੱਤਾ ਹੈ। ਮਹਾਰਾਜ ਗੁਰਮੁਖ ਬਣਨਾ ਵੀ ਕਿਹੜਾ ਮੇਰੇ ਵੱਸ ਹੈ, ਤੁਸੀਂ ਤਰਸ ਕਰਕੇ ਮੈਨੂੰ ਆਪਣੇ ਸਨਮੁਖ ਰੱਖਿਆ। ਇਹ ਗੁਰਮੁਖਾਂ ਦਾ ਸੁਭਾਅ ਹੁੰਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਆਪਣੇ ਵੱਸ ਨਹੀਂ ਹੈ, ਨਾ ਜਿਉਣਾ ਨਾ ਮਰਨਾ, ਨਾ ਬੋਲਣਾ ਨਾ ਚੁੱਪ ਕਰਕੇ ਅੰਦਰੋਂ ਫੁਰਨੇ ਰੋਕ ਲੈਣੇ, ਆਪਣੇ ਵੱਸ ਨਹੀਂ ਹੈ। ਤੇ ਸੁਰਤ ਟਿਕ ਜਾਣੀ ਵੀ ਆਪਣੇ ਵੱਸ ਨਹੀਂ, ਗਿਆਨ ਪ੍ਰਾਪਤ ਹੋ ਜਾਣਾ, ਸ਼ੁਭ ਵਿਚਾਰ ਪ੍ਰਾਪਤ ਹੋ ਜਾਣੀ, ਇਹ ਆਪਣੇ ਵੱਸ ਨਹੀਂ। ਫਿਰ ਮਹਾਰਾਜ ਕਹਿੰਦੇ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਕਈਆਂ ਨਿਆਇਕਾਂ ਦੀਆਂ ਜੁਗਤੀਆਂ ਸਿੱਖ ਕੇ ਸੰਸਾਰ ਤੋਂ ਛੁੱਟਣ ਦਾ ਯਤਨ ਕਰਦੇ ਹਨ, ਪਰ ਉਹਨਾਂ ਤੋਂ ਛੁੱਟਿਆ ਨਹੀਂ ਜਾਂਦਾ। ਮਹਾਰਾਜ ਬਾਣੀ ਚ ਕਹਿੰਦੇ ਛੋੜ ਬਹਿ ਤੋਂ ਛੂਟੈ ਨਾਹੀਂ। ਜੇ ਛੱਡ ਬਏ ਨਾ ਮਾਇਆ ਨੂੰ ਤੇ ਛੁੱਟਦੀ ਨਹੀਂ। ਬਾਹਰੋਂ ਛੱਡ ਦਿੱਤੀ, ਉਹ ਕੋਈ ਇਉਂ ਖਿਆਲ ਕਰੇ ਕਿ ਜੇ ਗ੍ਰਿਸ਼ਤੀ ਨਾ ਬਣਦੇ ਤੇ ਚੱਲ ਬਰਕਤ ਹੋ ਕੇ ਭਜਨ ਕਰਨਾ ਹੀ, ਕਿਉਂਕਿ ਕਈ ਗ੍ਰਿਸ਼ਟ ਵਿੱਚ ਜਦੋਂ ਧੰਦਿਆਂ 'ਚ ਲੱਗੇ ਸੰਗਤ ਨਹੀਂ ਕਰਦੇ ਤੇ ਫਿਰ ਸੋਚਦੇ ਆ ਵੀ ਅੱਛਾ ਜੰਗਲਾਂ 'ਚ ਕਿਤੇ ਜਾਵਾਂਗੇ, ਇਕਾਂਤ ਹੋਊਗੀ, ਕਿਤੇ ਬਣਾਵਾਂਗੇ ਫਿਰ ਪ੍ਰੋਗਰਾਮ ਤੇ ਭਜਨ ਕਰਿਆ ਕਰਾਂਗੇ। ਭਜਨ ਤਾਂ ਹੁੰਦਾ ਨਹੀਂ ਉਹਨਾਂ ਕੋਲ। ਜਿਹੜੀਆਂ ਉਹ ਫਿਰ ਜੁਗਤੀਆਂ ਲਾਉਂਦੇ ਆ ਕਿ ਬਾਹਰੋਂ ਮਾਇਆ ਨੂੰ ਛੱਡਣ ਦਾ, ਤੇ ਇਉਂ ਇੱਕ ਉਹ ਸੋਚਿਆ ਕਰੇ ਕਿ ਮੈਂ ਜੇ ਬਰਕਤ ਹੁੰਦਾ ਫਿਰ ਮੈਂ ਭਜਨ ਕਰਨਾ ਹੀ, ਐਵੇਂ ਗ੍ਰਿਸ਼ਤੀ ਬਣ ਗਿਆ। ਤੇ ਉਹ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਜੇ ਤੂੰ ਗ੍ਰਿਸ਼ਤੀ ਆ ਤੇ ਫਿਰ ਧਰਮ ਦੀ ਕਮਾਈ ਕਰ, ਧਰਮ ਨੂੰ ਕਮਾ। ਤੇ ਜੇ ਤੂੰ ਗ੍ਰਿਸ਼ਤੀ ਨਹੀਂ ਬਣਿਆ ਤੇ ਨਾ ਹੈ ਤਾਂ ਕਰ ਬੈਰਾਗ, ਫਿਰ ਬੈਰਾਗੀ ਹੋ ਜਾ, ਬੈਰਾਗ ਕਰ ਸੰਸਾਰ ਤੋਂ। ਤੂੰ ਕੀ ਲੈਣਾ ਫਿਰ ਸੰਸਾਰ ਤੋਂ? ਗ੍ਰਿਸ਼ਤੀ ਦਾ ਤੇ ਕੰਮ ਹੈ ਨਾ ਫਿਰ ਸੰਸਾਰ 'ਚ ਵਿਚਰਨਾ, ਨਾਤੇ ਨਿਭਾਉਣੇ, ਉਹ ਤਾਂ ਸੰਸਾਰੀ ਹੈ। ਤੇ ਮਹਾਰਾਜ ਨੇ ਜੁਗਤ ਦਿੱਤੀ ਹੈ ਨਾ, ਸੰਸਾਰ 'ਚ ਰਹਿੰਦਿਆਂ ਵੀ ਸੰਸਾਰ ਤੋਂ ਨਿਰਲੇਪ ਹੋ ਜਾਂਦੇ ਆ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੂੰ ਗ੍ਰਿਸ਼ਤੀ ਨਹੀਂ ਬਣਿਆ ਤਾਂ ਨਾ ਹੈ ਤਾਂ ਕਰ ਬੈਰਾਗ, ਬੈਰਾਗ ਕਰ ਫਿਰ। ਪਰ ਕਹਿੰਦੇ ਬੈਰਾਗੀ ਬੰਧਨ ਕਰੈ। ਤੇ ਜੇ ਤੂੰ ਬੈਰਾਗੀ ਹੋ ਕੇ ਬੰਧਨ ਕੀਤੇ ਨਾ, ਵੀ ਰਸਾਂ ਕਸਾਂ ਦੇ, ਪਦਾਰਥਾਂ ਦੇ,
ਤੇ ਫਿਰ ਕਹਿੰਦੇ ਤਾਕੋ ਬੜੋ ਅਭਾਗ, ਉਹਦੇ ਜਿੰਨੇ ਖੋਟੇ ਭਾਗ ਹੋਰ ਕਿਸੇ ਦੇ ਨਹੀਂ। ਜਿਉਂ ਜੀਵ ਛੱਡਣਾ ਚਾਹੇ ਮੈਂ ਮਾਇਆ ਨੂੰ ਛੱਡਦਾ, ਕੀ ਛੱਡ ਦੇਗਾ? ਘਰ-ਬਾਰ ਛੱਡ ਦਿੱਤਾ, ਫਿਰ ਕੱਪੜੇ ਪਾਉਣੇ ਛੱਡ ਦੇਗਾ? ਚਲੋ ਛੱਡ ਦਿੱਤੇ, ਕਈ ਨਾਂਗੇ ਸਾਧੂ ਵੀ ਹੁੰਦੇ ਆ। ਤੇ ਫਿਰ ਪੇਟ ਦੀ ਅੱਗ ਨੂੰ ਕਿਵੇਂ ਸ਼ਾਂਤ ਕਰੇਗਾ? ਭੁੱਖ ਤਾਂ ਲੱਗੂਗੀ ਨਾ। ਜਿਸ ਉਦਰ ਤਿਸ ਮਾਇਆ, ਜਿਹਨੂੰ ਪੇਟ ਲੱਗਾ ਉਹਨੂੰ ਮਾਇਆ ਵਿਆਪਦੀ ਹੈ। ਛੋੜ ਬਹਿ ਤੋਂ ਛੂਟੈ ਨਾਹੀ। ਇਸ ਕਰਕੇ ਜ਼ੋਰ ਨਾਲ ਬੰਧਨਾਂ ਤੋਂ ਛੁੱਟ ਕੇ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਆਪਣੇ ਜ਼ੋਰ ਨਾਲ ਜੁਗਤੀਆਂ ਲਾਵੇ, ਆਪਣੇ ਵਸ ਨਹੀਂ ਇਹਦੇ ਕੋਲ। ਜੁਗਤੀਆਂ ਲਾ ਕੇ ਛੁੱਟਣਾ ਚਾਹੁੰਦੇ ਸੰਸਾਰ ਤੋਂ ਤਾਂ ਫਿਰ ਸਾਰੇ ਛੁੱਟ ਜਾਂਦੇ। ਸਿੱਧ ਵੀ ਆਪਣੇ ਆਪ ਹੀ ਛੁੱਟਣ ਦਾ ਹੀ ਯਤਨ ਕਰਦੇ ਪਏ ਸੀ, ਪਰ ਫਿਰ ਬੱਜੇ ਦੇ ਬੱਜੇ ਪਏ ਸੀ ਆਪਣੀ ਪੂਜਾ ਦੇ ਕਰਾਉਣ 'ਚ, ਰਾਜਿਆਂ ਨੂੰ ਚੇਲੇ ਬਣਾਉਣ 'ਚ। ਮਹਾਰਾਜ ਸਾਹਿਬ ਜੀ ਨੇ ਕਿਹਾ ਇਹ ਜੀਵ ਦੇ ਵਸ ਨਹੀਂ ਹੈ। ਜਿੰਨੀਆਂ ਮਰਜ਼ੀ ਜੁਗਤੀਆਂ ਲਾ ਲੇ, ਦਸਮ ਦਵਾਰ ਵਿਸ਼ਵਾਸ ਚੜਾ ਲੇ, ਤਾਂ ਵੀ ਫਿਰ ਅਮਰੂਦੀ ਦੇਹ 'ਚ ਜਾ ਵੜਿਆ ਸੀ ਉਹ ਮਛੰਦਰਨਾਥ। ਜਦੋਂ ਕਿਹਾ ਸੀ ਜਾਗ ਮਛੰਦਰਾ ਗੋਰਖ ਆਏ, ਹਾਂਜੀ, ਉਹ ਸਾਖੀ ਲੰਬੀ ਹੈ, ਸ਼ਾਇਦ ਸੁਣੀ ਹੋਵੇਗੀ ਤੁਸੀਂ ਅੱਗੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਵਸ ਨਹੀਂ ਜੀਵ ਦੇ ਜੁਗਤੀਆਂ ਲਾ ਕਰਕੇ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਣ ਦੀ। ਜਿਸ ਹੱਥ ਜੋਰ, ਮਹਾਰਾਜ ਕਹਿੰਦੇ ਨੇ ਸਿੱਧੋ ਹਉਮੈ ਨਹੀਂ ਕਰਨੀ ਚਾਹੀਦੀ। ਜੇ ਕਿਸੇ ਨੂੰ ਇਸ ਕਥਨ ਵਿੱਚ ਕੋਈ ਸ਼ੰਕਾ ਹੈ ਕਿ ਮੇਰੇ ਵਿੱਚ ਜ਼ੋਰ ਹੈ, ਮੈਂ ਕਰ ਸਕਦਾ ਹਾਂ, ਮਹਾਰਾਜ ਜੀ ਨੇ ਵੇਖ ਲਓ ਪ੍ਰਤੱਖ ਕਿਹਾ। ਜਿਹੜੇ ਕੋਈ ਮਨਮੁਖੇ ਸ਼ੰਕਾ ਕਰਦੇ ਆ ਕਿ ਨਹੀਂ ਮੈਂ ਆਪਣੇ ਜ਼ੋਰ ਨਾਲ ਕਰ ਸਕਦਾ, ਮੈਂ ਆਪਣੇ ਜ਼ੋਰ ਨਾਲ ਅੰਮ੍ਰਿਤ ਵੇਲੇ ਉੱਠ ਸਕਦਾ, ਮੈਂ ਆਪਣੇ ਜ਼ੋਰ ਨਾਲ ਬਾਣੀ ਪੜ੍ਹ ਸਕਦਾ, ਨਹੀਂ ਪੜ੍ਹੀ ਜਾਂਦੀ, ਨਹੀਂ ਉੱਠਿਆ ਜਾਂਦਾ। ਮਹਾਰਾਜ ਕਹਿੰਦੇ ਜਿਸ ਹੱਥ ਜ਼ੋਰ, ਜਿਸ ਦੇ ਹੱਥ ਵਿੱਚ ਕੋਈ ਸੋਚਦਾ ਕਿ ਮੇਰੇ ਜ਼ੋਰ ਹੈ, ਸਤਿਗੁਰੂ ਜੀ ਕਹਿੰਦੇ ਹਉਮੈ ਕਰਨੀ ਨਹੀਂ ਚਾਹੀਦੀ। ਜੇ ਕਿਸੇ ਨੂੰ ਇਸ ਕਥਨ ਵਿੱਚ ਸੰਸ਼ਾ ਹੈ ਕਿ ਮੈਂ ਚੀਜ਼ ਕਰ ਸਕਦਾ ਹਾਂ ਅਥਵਾ ਲੈ ਸਕਦਾ ਹਾਂ, ਸਭ ਕੁਝ ਕਰ ਸਕਦਾ ਹਾਂ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਦੇ ਹੱਥ ਵਿੱਚ ਬਲ ਹੈ ਨਾ, ਕਰ ਵੇਖਿਆ ਸੋਏ, ਉਹ ਕਰਕੇ ਵੇਖ ਲਵੇ ਫਿਰ ਭਲਾ ਕਰ ਸਕਦਾ? ਨਹੀਂ ਕਰ ਸਕਦਾ। ਕਿਉਂਕਿ ਜੀਵ ਪਤਾ ਕਿਸ ਤਰ੍ਹਾਂ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨਹਾਰ ਹੋ ਜਾਂਦਾ। ਇਹ ਕਾਠ ਦੀ ਪੁਤਲੀ ਦੀ ਤਰ੍ਹਾਂ ਹੈ, ਖਿਲਾਉਣ ਵਾਲਾ ਵਾਹਿਗੁਰੂ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਜੀਵ ਦੇ ਹੱਥ ਵਿੱਚ ਕੁਝ ਨਹੀਂ ਹੈ। ਜਿੰਨੇ ਵੀ ਮਹਾਰਾਜ ਨੇ ਉਪਰੋਕਤ ਗਿਣੇ ਆ ਨਾ ਬੋਲਣਾ, ਨਾ ਚੁੱਪ ਕਰਨਾ, ਤੇ ਸਤਿਗੁਰੂ ਜੀ ਕਹਿੰਦੇ ਆ ਨਾ ਮੰਗਣ ਵਿੱਚ, ਨਾ ਦਾਨ ਦੇਣ ਵਿੱਚ, ਨਾ ਜੀਣ 'ਚ, ਨਾ ਮਰਨ 'ਚ, ਨਾ ਰਾਜ ਦੀ ਪ੍ਰਾਪਤੀ 'ਚ, ਨਾ ਧਨ ਪਦਾਰਥ ਦੀ ਪ੍ਰਾਪਤੀ 'ਚ। ਜੇ ਕੋਈ ਕਰਦਾ ਤੇ ਸਭ ਮਨ ਦੀ ਅਸ਼ਾਂਤੀ ਹੈ। ਮਹਾਰਾਜ ਕਹਿੰਦੇ ਸੁਰਤ ਨਹੀਂ ਟਿਕਦੀ, ਗਿਆਨ ਨਹੀਂ ਮਿਲਦਾ, ਆਪਣੇ ਵਸ ਹੁੰਨੀ ਜੀਵ ਦੇ ਗਿਆਨ ਪ੍ਰਾਪਤ ਕਰ ਲਵੇ, ਵਿਚਾਰ ਸ਼ੁਭ ਪ੍ਰਾਪਤ ਕਰ ਲਵੇ। ਸੁਰਤ ਦੇ ਅੰਦਰ ਗਿਆਨ ਦਾ ਪ੍ਰਕਾਸ਼ ਜੀਵ ਦੇ ਆਪਣੇ ਵਸ ਨਹੀਂ ਹੈ। ਜ਼ੋਰ ਨਾਲ ਜਿੰਨੀਆਂ ਮਰਜ਼ੀ ਜੁਗਤੀਆਂ ਲਾ ਲੇ, ਸੰਸਾਰ ਦੇ ਬੰਧਨਾਂ ਤੋਂ ਛੁੱਟ ਨਹੀਂ ਪਾਉਂਦਾ ਹੈ, ਬਾਹਰੋਂ ਦਿਖਾਵਾ ਹੀ ਹੋ ਜਾਂਦਾ ਹੈ। ਉਹ ਫਿਰ ਕਹਿੰਦੇ ਜੇ ਕੋਈ ਇਸ ਤਰ੍ਹਾਂ ਉਹਦਾ ਜ਼ਿਕਰ ਆਉਂਦਾ, ਕਹਿੰਦੇ ਸੁਤੇ ਘਰ ਵਾਲੀ ਚੜ੍ਹਾਈ ਕਰ ਗਈ, ਪਦਾਰਥ ਨਾਸ਼ ਹੋ ਗਏ ਸਾਰੇ, ਤੇ ਉਹ ਕਹਿੰਦਾ ਉਹ ਸੰਸਾਰ ਮਿੱਥਿਆ, ਚਲੋ ਬਰਾਗੀ ਹੋ ਜਾਓ, ਸੰਨਿਆਸੀ ਬਣ ਜਾਓ। ਤੇ ਉਹ ਕਹਿੰਦੇ ਨਾਰ ਮਰੈ ਘਰ ਸੰਪਤ ਨਾਸੀ, ਮੂੰਡ ਮੰਡਾਏ ਭਇਆ ਸੰਨਿਆਸੀ। ਘਰ ਵਾਲੀ ਉਦਾਂ ਚੜ੍ਹਾਈ ਕਰ ਗਈ, ਪਦਾਰਥ ਉਦਾਂ ਹੀ ਪ੍ਰਰਬਧ ਮੁਤਾਬਕ ਨਾਸ਼ ਹੋ ਗਏ, ਕਹਿੰਦਾ ਮਿੱਥਿਆ ਸੰਸਾਰ, ਚਲੋ ਬਰਾਗੀ ਹੋ ਜਾਓ। ਤੇ ਉਹਦਾ ਬਾਹਰੋਂ ਬਣਾਇਆ ਹੋਇਆ ਜਿਹੜਾ ਉਹ ਲਿਬਾਸ, ਤੇ ਉਹ ਬਰਾਗੀ ਹੋਊਗਾ, ਉਹ ਸੰਨਿਆਸੀ ਹੋਊਗਾ? ਅੰਦਰੋਂ ਤਾਂ ਛੁੱਟਣਾ ਨਹੀਂ। ਜ਼ੋਰ ਨਾਲ ਕੀ ਪ੍ਰਾਪਤ ਕਰ ਸਕਦਾ? ਮਹਾਰਾਜ ਕਹਿੰਦੇ ਜਿਹਦੇ ਹੱਥ ਵਿੱਚ ਜ਼ੋਰ ਹੈ, ਬਲ ਹੈ, ਉਹ ਕਰਕੇ ਵੇਖ ਲਵੇ। ਕਰ ਵੇਖਿਆ ਸੋਏ, ਕਰਕੇ ਵੇਖੇ ਭਲਾ ਵੀ ਹੋ ਸਕਦਾ ਕੁਛ? ਆਪਣੇ ਜ਼ੋਰ ਨਾਲ ਸੁਰਤ ਨਹੀਂ ਟਿਕਦੀ। ਇਹ ਤਾਂ ਗੁਰਮੁਖ ਰੋਜ਼ ਸਿਮਰਨ ਕਰਦੇ ਆ, ਅਰਦਾਸ ਕਰਦੇ ਆ, ਮਹਾਰਾਜ ਮੇਰੀ ਸੁਰਤ ਨੂੰ ਟਿਕਾਓ। ਮਹਾਰਾਜ ਸੁਰਤ ਦਾ ਪ੍ਰਵਾਹ ਆਪਦੇ ਨਾਮ ਵਿੱਚ ਲਾ ਲਓ, ਕਿਰਪਾ ਕਰੋ। ਜਿਹੜੀਆਂ ਅਰਦਾਸਾਂ ਕੀਤੀਆਂ ਨਾ, ਇਹੀ ਮਹਾਰਾਜ ਕਿਰਪਾ ਕਰਦੇ, ਫਿਰ ਤਰਸ ਕਰਦੇ ਆ। ਤੇ ਪਤਾ ਜਦੋਂ ਪਰਮੇਸ਼ਰ ਆਪ ਹੀ ਸਾਰਾ ਕੁਛ ਕਰਨ ਕਰਾਉਣ ਵਾਲੇ ਆ,
ਇਸ ਅਸਚਰਜ ਕਲਾ ਨੂੰ ਆਪਾਂ ਬੁੱਧੀ ਕਰਕੇ ਨਹੀਂ ਸਮਝ ਸਕਦੇ। ਅਰਦਾਸਾਂ ਕਰਨ ਦੀ ਵੀ ਬੋਧ ਉਹੋ ਹੀ ਦਿੰਦੇ ਆ, ਨਿਮਰਤਾ ਨਾਲ ਬੋਲਣ ਦਾ ਬੋਧ ਵੀ ਉਹੋ ਹੀ ਦਿੰਦੇ ਆ। ਨਹੀਂ ਤੇ ਹੰਕਾਰ ਨਾਲ ਬੋਲ ਕੇ ਵੇਖ ਲਓ, ਫਿਰ ਜੀਵ ਆਪਣਾ ਆਪ ਕਿੰਨਾ ਕੁਛ ਵਿਗਾੜ ਲੈਂਦੇ। ਉਹ ਵੀ ਉਹਦੀ ਆਗਿਆ 'ਚ ਹੀ ਹੈ। ਇਸ ਕਰਕੇ ਉਹਦੀ ਜਿਹੜੀ ਹੈ ਆਗਿਆ ਉਹ ਬੜੀ ਡਾਢੀ ਹੈ। ਮਹਾਰਾਜ ਕਹਿੰਦੇ ਨੇ ਹੁਕਮ ਦੇ ਵਿੱਚ ਪਰਮੇਸ਼ਰ ਦੇ ਜੀਵ ਨੂੰ ਜਿਹੜਾ ਹੈ ਉਹ ਅਨੁਸਾਰੀ ਹੋ ਕੇ ਚੱਲਣਾ ਚਾਹੀਦਾ। ਹੰਕਾਰ ਕਰਕੇ ਜੇ ਕੋਈ ਕਹੇ ਕਿ ਮੈਂ ਕਰ ਸਕਦਾ ਹਾਂ, ਤਾਂ ਮਹਾਰਾਜ ਕਹਿੰਦੇ ਕਰਕੇ ਵੇਖ ਲਵੇ, ਕਰ ਨਹੀਂ ਸਕਦਾ। ਹੱਥ ਕਿਸੇ ਦੇ ਜ਼ੋਰ ਨਹੀਂ ਹੈ, ਸਾਰਾ ਜ਼ੋਰ ਸਾਰੀ ਤਾਕਤ ਉਹ ਬਲ ਦਾ ਸੋਮਾ ਵਾਹਿਗੁਰੂ ਆਪ ਹੈ। ਨਾਨਕ ਉੱਤਮ ਨੀਚ ਨਾ ਕੋਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਹ ਜੀਵ ਆਪੋ ਉੱਤਮ ਨੀਚ ਨਹੀਂ ਬਣ ਸਕਦਾ। ਇਹਨਾਂ ਜੀਵਾਂ ਦੀ ਕਰਨੀ ਅਨੁਸਾਰ ਪਰਮੇਸ਼ਰ ਉੱਚਾ ਨੀਵਾਂ ਬਣਾਉਂਦਾ ਹੈ, ਉਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਸ ਕਰਕੇ ਮਹਾਰਾਜ ਕਹਿੰਦੇ ਸਿੱਧੋ ਹਉਮੈ ਛੱਡਣੀ ਚਾਹੀਦੀ ਹੈ, ਸਤਿਗੁਰੂ ਪਰਮੇਸ਼ਰ ਦੀ ਰਜਾ ਵਿੱਚ ਚੱਲਣਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਗਰੀਬ ਨਵਾਜ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਸਾਰੇ ਕਾਰਜਾਂ ਦੇ ਕਰਨ ਵਾਲਾ ਵਾਹਿਗੁਰੂ ਹੈ, ਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਐਸੀ ਮਿਹਰ ਕਰੋ ਕੋਈ ਜਨ ਹਰਸਿਓ ਦੇਵੈ ਜੋਰ। ਮਹਾਰਾਜ ਇਹੋ ਜਿਹਾ ਕੋਈ ਆਪ ਦਾ ਪਿਆਰਾ ਜਿਹੜਾ ਮੈਨੂੰ ਆਪ ਨਾਲ ਜੋੜ ਦੇਵੇ। ਚਰਨ ਗਹੋਂ ਬਕੋਂ ਸੁਭ ਰਸਨਾ ਦੀਜਹ ਪ੍ਰਾਨ ਅਕੋਰ। ਮਹਾਰਾਜ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਹੀ ਜਿਹੜੀ ਉਹ ਸੱਚੇ ਪਾਤਸ਼ਾਹ ਅਰਪਣ ਕਰਦੇ ਆ। ਇਉਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਆ ਕਿ ਭਾਈ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ, ਤੇ ਅਰਦਾਸ ਨਾਲ ਵਾਹਿਗੁਰੂ ਜੀ ਮਿਹਰ ਦੇ ਘਰ ਵਿੱਚ ਆ ਕੇ ਫਿਰ ਕਿਰਪਾ ਕਰਦੇ ਆ। ਸੰਖੇਪ ਰੂਪ ਵਿੱਚ ਇੱਕ ਵਾਰੀ ਫੇਰ ਆਪਾਂ ਸਰਵਣ ਕਰ ਲਈਏ। ਆਖਣ ਜੋਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕੇਵਲ ਆਖਣ ਕਰਕੇ, ਭਾਵ ਜੇ ਜ਼ਬਾਨੀ ਆਖੀ ਜਾਈਏ, ਮੇਰਾ ਮਿਲਾਪ ਹੋ ਜਾਵੇ, ਤੇ ਜ਼ਬਾਨ ਨਾਲ ਕੇਵਲ ਆਖਣ ਦੇ ਨਾਲ ਬੋਲਾਂ ਦੇ ਉੱਤੇ ਵਾਹਿਗੁਰੂ ਜੀ ਨਹੀਂ ਭੇਜਦੇ। ਜਿਵੇਂ ਉਹ ਮਾਤਾ ਸੀ ਨਾ ਇੱਕ, ਉਹ ਆਖਦੀ ਤੇ ਮੁਖ ਤੋਂ ਕੁਛ ਹੋਰ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੈਠੇ ਸੀ ਤਖਤ ਤੇ ਸੱਚੇ ਪਾਤਸ਼ਾਹ, ਤੇ ਉਹ ਮੁਖ ਤੋਂ ਕਹਿੰਦੀ ਸੀਗੀ ਕਿ ਮੇਰੇ ਜਿਹਾ ਬਖਸ਼ਿੰਦ ਕੋਈ ਨਾ, ਤੇਰੇ ਜਿਹਾ ਪਾਪੀ। ਇਸਦਾ ਸ਼ਬਦ ਪੜ੍ਹਦੀ ਹੈ ਆਪਣੇ ਮੁਖ ਤੋਂ। ਹਾਂਜੀ, ਤੇ ਕਹਿਣਾ ਚਾਹੀਦਾ ਉਹਨੂੰ ਕਿ ਮਹਾਰਾਜ ਤੇਰੇ ਜਿਹਾ ਬਖਸ਼ਿੰਦ ਕੋਈ ਨਾ, ਮੇਰੇ ਜਿਹਾ ਪਾਪੀ। ਪਰ ਉਹ ਉਲਟ ਪੜ੍ਹਦੀ ਸੀ, ਤੇ ਪਰ ਉਹਦੇ ਮਨ ਦੀ ਭਾਵਨਾ ਠੀਕ ਸੀਗੀ। ਤੇ ਉਹਨੂੰ ਸਿੱਖ ਨੇ ਤਾੜ ਕੇ ਕਿਹਾ ਮਾਤਾ ਏਦਾਂ ਨਹੀਂ ਪੜ੍ਹੀਦਾ, ਕਿ ਤੂੰ ਕਹਿ ਮਹਾਰਾਜ ਨੂੰ ਕਿ ਤੇਰੇ ਜਿਹਾ ਬਖਸ਼ਣਹਾਰ ਕੋਈ ਨਾ, ਮੇਰੇ ਜਿਹਾ ਪਾਪੀ। ਉਹ ਮਾਤਾ ਓਦਾਂ ਪੜ੍ਹਨ ਲੱਗ ਗਈ। ਮਹਾਰਾਜ ਨੇ ਕਿਹਾ ਮਾਤਾ ਤੂੰ ਓਦਾਂ ਹੀ ਪੜ੍ਹ, ਤੇ ਮਾਤਾ ਫੇਰ ਓਦਾਂ ਹੀ ਪੜ੍ਹਨ ਲੱਗ ਗਈ। ਜਦੋਂ ਗੁਰੂ ਸਾਹਿਬ ਨੇ ਆਖਿਆ, ਉਹ ਕਹਿਣ ਲੱਗੀ ਮੇਰੇ ਗਿਆ ਬਖਸ਼ਣਹਾਰ ਕੋਈ ਨਾ, ਤੇਰੇ ਜਿਹਾ ਪਾਪੀ। ਤੇ ਸਿੱਖਾਂ ਕਿਹਾ ਮਹਾਰਾਜ ਇਹ ਤੇ ਗਲਤ ਵਾ। ਮਹਾਰਾਜ ਕਹਿੰਦੇ ਇਹ ਬਾਹਰ ਦੇ ਬੋਲ ਤੁਸੀਂ ਵੇਖ ਰਹੇ ਹੋ, ਅੰਦਰੋਂ ਉਹੋ ਹੀ ਕਹਿੰਦੀ ਹੈ ਜੋ ਤੁਸੀਂ ਪਹਿਲਾਂ ਉਹਦੇ ਕੋਲ ਕਹਾਇਆ ਨਾ। ਅੰਦਰੋਂ ਉਹੋ ਹੀ ਕਹਿ ਰਹੀ ਆ, ਆਪਣੇ ਆਪ ਨੂੰ ਪਾਪੀ ਕਹਿੰਦੀ ਆ, ਤੇ ਬਾਹਰੋਂ ਇਹ ਬੋਲ ਹੀ ਉਹਦੇ ਤੁਹਾਨੂੰ ਉਲਟ ਸੁਣ ਰਹੇ ਆ। ਆਖਣਾ ਜਿਹੜਾ ਨਾ ਕੇਵਲ ਆਖਣ ਮਾਤਰ ਸੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰ ਸਕੀਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਉਹਦਾ ਅਰਥ ਇਹੋ ਸਮਝਣਾ ਕਿ ਆਖਣ ਵਿੱਚ ਬੋਲਣ ਵਿੱਚ ਜ਼ੋਰ ਨਹੀਂ, ਵਸ ਨਹੀਂ ਕਿਸੇ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ ਸਾਨੂੰ ਇਹ ਸ਼ੁਰੂ ਤੋਂ ਆਪਾਂ ਫਿਰ ਰਿਵਿਊ ਕਰਕੇ ਇੱਕ ਵਾਰੀ ਤੇ ਫਿਰ ਸਮਾਪਤੀ ਕਰਦੇ ਹਾਂ। ਬੋਲਣ ਵਿੱਚ ਕਿਸੇ ਦਾ ਕੋਈ ਆਪਣਾ ਵਸ ਨਹੀਂ, ਨਾ ਕੋਈ ਆਪਣੇ ਵਸ ਨਾਲ ਆਪਣੇ ਫੁਰਨਿਆਂ ਨੂੰ ਰੋਕ ਕੇ ਚੁੱਪ ਕਰ ਸਕਦਾ। ਮੰਗਣ ਵਿੱਚ ਕੋਈ ਜ਼ੋਰ ਨਹੀਂ। ਮਹਾਰਾਜ ਤੋਂ ਜੇ ਆਪਣੇ ਜ਼ੋਰ ਨਾਲ ਕੋਈ ਮੰਗ ਕੇ ਪ੍ਰਾਪਤ ਕਰ ਸਕਦਾ ਤੇ ਫਿਰ ਨਾਮ ਸਭ ਨੂੰ ਮਿਲ ਜੇ। ਇਹ ਤਾਂ ਮਹਾਰਾਜ ਦੇ ਤਰਸ ਨਾਲ ਹੈ। ਜੇ ਕੋਈ ਦਾਨ ਦਿੰਦਾ ਤੇ ਦਾਨ ਦੇਣ ਵਿੱਚ ਵੀ ਆਪਣਾ ਜ਼ੋਰ ਨਹੀਂ, ਆਪਣਾ ਵਸ ਨਹੀਂ ਹੈ, ਕਿਉਂਕਿ ਬੜੇ ਬੜੇ ਦਾਨੀ ਜਿਹੜੇ ਆ ਉਹ ਵੀ ਇਸ ਸੰਸਾਰ ਤੋਂ ਹਾਰ ਗਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਕੋਈ ਦਾਨ ਦਿੰਦਾ ਤੇ ਵਾਹਿਗੁਰੂ ਦੇ ਦਿੱਤੇ ਦਾ ਹੀ ਅੱਗੇ ਦਾਨ ਦਿੰਦਾ। ਜਿਹੜੇ ਸੱਚਮੁੱਚ ਹੀ ਜਿਨ੍ਹਾਂ ਨੂੰ ਨਿਰੰਕਾਰ ਇਹੋ ਜਿਹੀ ਸੋਝੀ ਦਿੰਦੇ ਆ ਨਾ, ਉਹ ਆਪਣੇ ਆਪ ਨੂੰ ਕਦੇ ਦਾਨੀ ਨਹੀਂ ਖਵਾਉਂਦੇ।
ਉਹ ਕਹਿੰਦੇ ਦਾਤੇ ਤਾਂ ਸਤਿਗੁਰੂ ਜੀ ਆਪ ਹੈ, ਦਾਤੇ ਤਾਂ ਨਿਰੰਕਾਰ ਹਨ ਦੇਣ ਵਾਲੇ। ਜਿਉਣ 'ਚ ਜੀਵ ਦਾ ਜਦੋਂ ਜਨਮ ਹੁੰਦਾ ਇਹਦੇ ਵਸ ਨਹੀਂ ਹੈ। ਜੋ ਵਾਹਿਗੁਰੂ ਜੀ ਮਸਤਕ ਤੇ ਲਿਖ ਕੇ ਭੇਜਦੇ ਆ, ਜਿਹੋ ਜਿਹਾ ਸਰੀਰ, ਕਿਹਨਾਂ ਦੇ ਘਰ, ਕਿੱਥੇ ਕਿਵੇਂ ਜਿਉਣਾ, ਜਨਮ ਇਹਦੇ ਵਸ ਨਹੀਂ, ਮਰਨਾ ਵੀ ਇਹਦੇ ਵਸ ਨਹੀਂ ਹੈ। ਰਾਜ ਭਾਗ ਨੂੰ ਪ੍ਰਾਪਤ ਕਰਨਾ ਇਹ ਵੀ ਮਸਤਕ ਤੇ ਲੇਖ ਲਿਖੇ ਆ। ਧਨ ਮਾਲ ਪ੍ਰਾਪਤ ਹੋਣਾ, ਜੇ ਕੋਈ ਕਹਿੰਦਾ ਤੇ ਮਹਾਰਾਜ ਕਹਿੰਦੇ ਮਨ ਅਸ਼ਾਂਤ ਹੋਇਆ ਭਟਕਿਆ ਰਹਿੰਦਾ ਉਹਦਾ। ਸੁਰਤ ਦਾ ਟਿਕਣਾ, ਗਿਆਨ ਦਾ ਪ੍ਰਾਪਤ ਹੋਣਾ, ਸਤਿਗੁਰੂ ਜੀ ਕਹਿੰਦੇ ਸ਼ੁਭ ਵਿਚਾਰ ਹੋ ਜਾਣੀ, ਜੀਵ ਦੇ ਆਪਣੇ ਵਸ ਨਹੀਂ। ਜੁਗਤੀਆਂ ਲਾ ਕੇ ਸੰਸਾਰ ਦੇ ਬੰਧਨਾਂ ਤੋਂ ਛੁੱਟਣਾ ਆਪਣੇ ਵਸ ਨਹੀਂ ਹੈ। ਜੇ ਕੋਈ ਸੋਚਦਾ ਕਿ ਮੇਰੇ ਵਸ ਹੈ ਤਾਂ ਮਹਾਰਾਜ ਕਹਿੰਦੇ ਕਰਕੇ ਵੇਖ ਲਵੇ, ਵਸ਼ੀਕਾਰ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿਸੇ ਦੇ ਆਪਣੇ, ਇਹ ਜੀਵ ਪਰ ਅਧੀਨ ਹੈ। ਜੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੀਵ ਸੋਚੇ ਮੈਂ ਉੱਤਮ ਬਣਨਾ ਜਾਂ ਨਿਰਮਾਣਤਾ ਧਾਰਨ ਕਰਨੀ ਹੈ, ਨੀਚ ਤੋਂ ਨਿਰਮਾਣਤਾ ਲੈਣੀ, ਤੇ ਜੀਵ ਆਪਣੇ ਜ਼ੋਰ ਨਾਲ ਉੱਤਮ ਅਵਸਥਾ ਨੂੰ, ਬ੍ਰਹਮ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤੇ ਨਿਮਰਤਾ ਵੀ ਆਪਣੇ ਜਿਹੜੀ ਹੈ ਜ਼ੋਰ ਨਾਲ ਨਹੀਂ ਮਹਾਰਾਜ ਕਹਿੰਦੇ ਭਾਈ ਇਹ ਹਾਸਲ ਕਰ ਸਕਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਉੱਤਮ ਨੀਚ ਆਪਣੇ ਜ਼ੋਰ ਨਾਲ ਨਹੀਂ ਬਣਿਆ ਜਾਂਦਾ। ਜੇ ਕੋਈ ਨੀਚ ਵੀ ਹੈ ਨਾ ਤੇ ਵੇਖ ਕੇ ਗੁਰਮੁਖ ਉਹਦੇ ਵੱਲ ਘਿਰਣਾ ਨਹੀਂ ਕਰਦੇ, ਕਹਿੰਦੇ ਰੱਬ ਦੀ ਰਜਾ। ਉਹ ਕਿਸੇ ਨੂੰ ਹੱਠ ਨਾਲ ਨਹੀਂ ਸਮਝਾਉਂਦੇ, ਤੂੰ ਮੇਰੇ ਆਖੇ ਲੱਗ ਗਈ ਮੇਰੀ ਗੱਲ ਆ। ਮਨਮੁਖ ਮਗਰ ਪੈ ਜਾਂਦੇ। ਇਹ ਮਨਮੁਖਾਂ ਦੇ ਲੱਖਣ ਹੁੰਦੇ ਚਾਰ, ਤੇ ਉਹਨਾਂ ਚੋਂ ਇੱਕ ਲੱਖਣ ਵਾ ਉਹ ਜਿੱਦਾਂ ਸਭਾ 'ਚ ਕਈ ਝਗੜ ਪੈਂਦੇ ਨੇ, ਨਹੀਂ ਮੈਂ ਜਿਹੜੀ ਗੱਲ ਕਹਿਣਾ ਉਹ ਸੱਚ ਵਾ, ਆਹ ਮੰਨੋ ਇਹ ਠੀਕ ਆ, ਏਦਾਂ ਝਗੜਦੇ ਆ ਕਈ। ਇਹ ਮਨਮੁਖਾਂ ਦਾ ਲੱਖਣ ਹੁੰਦਾ। ਗੁਰਮੁਖ ਕਿਸੇ ਦੇ ਖਹਿੜੇ ਨਹੀਂ ਪੈਂਦੇ। ਉਹ ਮਨ ਵਿੱਚ ਇਹ ਸੋਚਦੇ ਆ ਕਿ ਇਹਦੇ ਵਿਚਾਰੇ ਦੇ ਵਸ ਨਹੀਂ ਹੈ, ਇਹ ਕਰਮਾਂ ਦਾ ਵਾਧਾ ਹੀ ਆ। ਤੇ ਨੀਚ ਵੱਲ ਵੇਖ ਕੇ ਵੀ ਉਹ ਘਿਰਣਾ ਨਹੀਂ ਕਰਦੇ, ਉਹ ਰੱਬ ਦੀ ਰਜਾ ਸਮਝਦੇ ਆ। ਆਪਣੀ ਉੱਤਮਤਾਈ ਦਾ ਹੰਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਮਹਾਰਾਜ ਦੀ ਦਇਆ ਨਾਲ ਮੈਨੂੰ ਉੱਤਮ ਵਿਚਾਰ ਤੇ ਉੱਤਮ ਖਿਆਲ ਪ੍ਰਾਪਤ ਹੋਏ ਆ। ਜੇ ਕੋਈ ਕਿੰਨਾ ਯਤਨ ਕਰੇ ਉਹਦੇ ਅੰਦਰ ਵਿਸ਼ਿਆਂ ਦੇ ਵਕਾਰ ਹੀ ਜਿਹੜੇ ਫੁਰਦੇ ਰਹਿਣ ਫੁਰਨੇ, ਤੇ ਵਸ ਕੀ ਹੈ ਫਿਰ, ਕਿਵੇਂ ਉੱਤਮ ਵਿਚਾਰ ਹਾਸਲ ਕਰ ਲੂਗਾ। ਮਹਾਰਾਜ ਜੀ ਜਿਹਨੂੰ ਮਹਾਰਾਜ ਉੱਤਮ ਖਿਆਲ ਦਿੰਦੇ ਆ, ਉੱਤਮ ਵਿਚਾਰ ਦਿੰਦੇ ਆ, ਉਹਨੂੰ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਆਪਣੇ ਜੀਵ ਦੇ ਜ਼ੋਰ ਦੇ ਵਿੱਚ ਨਹੀਂ ਹੈ, ਆਪਣੇ ਵਸ ਵਿੱਚ ਨਹੀਂ ਹੈ। ਤੇ ਜਦੋਂ ਸਹਿਜ ਵਿੱਚ ਆ ਜਾਂਦਾ ਹੈ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਧਾਤ, ਉਹਦਾ ਫਿਰ ਸਭ ਕੁਝ ਹੀ ਇਹ ਸਮਾਪਤ ਹੋ ਜਾਂਦਾ ਹੈ। ਹੁਕਮ ਸਾਜ ਹੁਕਮ ਵਿੱਚ ਰੱਖਿਆ ਨਾਨਕ ਸੱਚਾ ਆਪ। ਉਹਨਾਂ ਨੂੰ ਪਤਾ ਵੀ ਹੁਕਮ ਵਿੱਚ ਸਾਜਿਆ, ਹੁਕਮ 'ਚ ਹੀ ਸਾਨੂੰ ਜਿਉਂਦਾ ਰੱਖ ਰਿਹਾ, ਤੇ ਉਹ ਸੱਚਾ ਆਪ ਹੀ ਸਾਰੇ ਕੌਤਕ ਕਰ ਰਿਹਾ ਹੈ। ਉਹਨਾਂ ਦਾ ਫਿਰ ਸਹਿਜ ਵਿੱਚ ਗਾਵਿਆ ਥਾਂ ਪੈ ਜਾਂਦਾ ਹੈ। ਬਿਨ ਸਹਿਜੇ ਕਥਨੀ ਬਾਦ, ਸਹਿਜ ਤੋਂ ਬਿਨਾਂ ਜਿੰਨਾ ਕਥਨ ਕਰਦਾ ਵਿਖਿਆਨ ਕਰਦਾ ਸਭ ਬਾਦ ਵਿਅਰਥ ਹੀ ਜਾਂਦਾ, ਕਿਉਂਕਿ ਮਨ ਨਹੀਂ ਉਹਦਾ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਹਿਜੇ ਚੁੱਪ ਸਹਿਜੇ ਹੀ ਜਪਣਾ। ਸਹਿਜ 'ਚ ਹੀ ਚੁੱਪ ਹੋ ਜਾਂਦੇ, ਅੰਦਰ ਐਨ ਰਸ ਲੈਂਦੇ। ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਕਈ ਚਿਰ ਇਸ ਤਰ੍ਹਾਂ ਅੰਦਰ ਹੀ ਸੁੰਨ ਹੋ ਜਾਂਦੇ ਸੀ, ਆਪਣੇ ਆਪ 'ਚ ਮਸਤ ਹੋ ਜਾਂਦੇ ਹੁੰਦੇ ਬਾਣੀ ਸੁਣਦੇ ਹੋਏ। ਤੇ ਸਹਿਜੇ ਹੀ ਮੁਖ ਤੋਂ ਕਈ ਵਾਰੀ ਐਨ ਸਹਿਜ 'ਚ ਜਦੋਂ ਜਪਦੇ ਹੁੰਦੇ ਸੀ ਨਾ, ਤੇ ਉਹਨਾਂ ਦੀ ਰਸਨਾ ਤੇ ਬੁੱਲ ਹਿੱਲਦੇ ਐ ਜਿੱਦਾਂ ਮਸ਼ੀਨ ਚੱਲਦੀ, ਇੰਨੀ ਤੇਜ਼ ਜਾਪ ਉਹਨਾਂ ਦੇ ਬੁੱਲ ਹਿੱਲਦੇ ਹੁੰਦੇ ਸੀ, ਇੰਨੀ ਤੇਜ਼। ਤੇ ਜੇ ਸਹਿਜ ਨਹੀਂ ਆਇਆ ਤੇ ਮਹਾਰਾਜ ਕਹਿੰਦੇ ਬੋਲਾ ਨਾ ਹੀ ਹੋਏ ਬੈਠਾ ਮੋਨੀ, ਤੇ ਅੰਤਰ ਕਲਪ ਭਵਾਈ ਹੈ ਜੋਨੀ। ਜਿਹੜਾ ਹੈ ਮਨ ਦਾ ਸੁਭਾਅ ਇਹ ਚੰਚਲ ਹੁੰਦਾ, ਜਦੋਂ ਸਹਿਜ ਵਿੱਚ ਆ ਜਾਂਦਾ ਨਾ ਉਦੋਂ ਸਾਰੀ ਚੰਚਲਤਾ ਹੀ ਨਾਸ਼ ਹੋ ਜਾਂਦੀ ਹੈ। ਵਾਹਿਗੁਰੂ ਜੀ ਦੀ ਕਿਰਪਾ ਇਹੋ ਜਿਹੀ ਵਰਤਦੀ ਹੈ। ਫਿਰ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਗ੍ਰਸਤੀ ਹੁੰਦਾ ਹੋਇਆ ਹੀ ਉਦਾਸ ਬਿਰਤੀ 'ਚ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ
ਇਹਨੂੰ ਨਾਮ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਫਿਰ ਬਖਸ਼ਿਸ਼ ਕਰ ਦਿੰਦੇ ਆ। ਇਹੀ ਜੀ ਸਹਿਜ ਕਲਾ ਵਰਤਦੀ ਹੈ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਉਹ ਸਦਾ ਫਿਰ ਅਤੀਤ ਹੋ ਜਾਂਦੇ, ਸੰਸਾਰ ਤੋਂ ਬੈਰਾਗੀ ਹੋ ਜਾਂਦੇ ਆ, ਵਾਹਿਗੁਰੂ ਨੂੰ ਭਾਉਂਦੇ ਆ। ਸਹਿਜ ਵਿੱਚ ਰਹਿਣ ਵਾਲੇ ਗੁਰਸਿੱਖ ਸਹਿਜ ਮਹਾਰਾਜ ਉਹਨਾਂ ਨੂੰ ਦਿੰਦੇ ਆ। ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜ ਦੇ ਵਿੱਚ ਹੀ ਰਹਿੰਦੇ, ਗ੍ਰਸਤੀ ਵਿੱਚ ਵੀ ਉਦਾਸੀ ਹੋਣ ਤਾਂ ਵੀ ਸਹਿਜ ਹੀ ਉਹਨਾਂ ਦਾ ਟੁੱਟਦਾ ਨਹੀਂ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿੱਧੋ, ਵਾਹਿਗੁਰੂ ਜੀ ਨੂੰ ਆਪਣੇ ਜ਼ੋਰ ਨਾਲ ਨਹੀਂ ਕੋਈ ਪ੍ਰਾਪਤ ਕਰ ਸਕਦਾ। ਵਾਹਿਗੁਰੂ ਜੀ ਦਾ ਨਾਮ ਜਪਦਿਆਂ ਸਹਿਜ ਅਵਸਥਾ ਪ੍ਰਾਪਤ ਕਰਨੀ ਚਾਹੀਦੀ ਹੈ। ਉਹਦੇ ਲਈ ਵਾਹਿਗੁਰੂ ਅੱਗੇ ਜੋਦੜੀ ਤੇ ਤਰਲਾ ਕਰਨਾ ਚਾਹੀਦਾ। ਇਹ ਸੱਚੇ ਪਾਤਸ਼ਾਹ ਨੇ ਅੱਜ ਦੀ ਪੌੜੀ ਵਿੱਚ ਸਾਨੂੰ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਐਸੇ ਰਤਨ ਅਮੋਲਕ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਧਰੋਂ ਨਹੀਂ ਹੋਰ ਪ੍ਰਾਪਤ ਹੋ ਸਕਦੇ। ਇਹ ਅਮੋਲਕ ਰਤਨ ਨੇ ਜਿਨ੍ਹਾਂ ਦਾ ਮੁੱਲ ਨਹੀਂ ਕੋਈ ਤਾਰਿਆ ਜਾ ਸਕਦਾ। ਜਿਹੜੇ ਸਤਿਗੁਰੂ ਜੀ ਦੀ ਬਾਣੀ ਨਾਲ ਗੁਰਸਿੱਖ ਪਿਆਰ ਕਰਦੇ ਆ, ਉਹ ਐਸੇ ਰਤਨਾਂ ਨੂੰ, ਅਮੋਲਕ ਰਤਨਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਆਪਣੀ ਜ਼ਿੰਦਗੀ ਵਿੱਚ ਸਹਿਜ ਲਿਆਉਂਦੇ ਆ। ਜਦੋਂ ਜੀਵਨ ਸਹਿਜ ਵਿੱਚ ਆ ਜਾਂਦਾ ਨਾ, ਉਸ ਦਾ ਆਨੰਦ ਤੇ ਸੁੱਖ ਫਿਰ ਵੱਖਰਾ ਹੀ ਆ। ਉਹ ਜਿੰਨਾ ਚਿਰ ਇਹ ਆਉਂਦਾ ਨਹੀਂ, ਉਹਨਾਂ ਚਿਰ ਸਾਰੇ ਸਾਧਨ ਜਿਹੜੇ ਆ ਨਾ, ਉਹ ਸਫਲੇ ਨਹੀਂ ਹੁੰਦੇ। ਤੇ ਜਦੋਂ ਸਹਿਜ ਆਉਣ ਲੱਗ ਜਾਂਦਾ ਹੈ, ਇੱਕ ਇੱਕ ਕੀਤਾ ਕਰਮ ਫਿਰ ਸਫਲਾ ਹੋਣ ਲੱਗ ਜਾਂਦਾ। ਸਤਿਗੁਰੂ ਜੀ ਤਰਸ ਕਰਨ, ਗਰੀਬ ਨਵਾਜ ਰਹਿਮਤ ਕਰਨ। ਜੇ ਸਾਨੂੰ ਜੋਦੜੀ ਕਰਨ ਦੀ ਇਜਾਜ਼ਤ ਦਿੰਦੇ ਆ, ਤੇ ਤਾਂ ਵੀ ਮਹਾਰਾਜ ਦਾ ਤਰਸ ਵਾ। ਸਾਨੂੰ ਅਰਦਾਸ ਕਰਨ ਦੀ ਸੋਝੀ ਦਿੰਦੇ ਆ, ਮੰਗਣ ਦੀ ਸੋਝੀ ਦਿੰਦੇ ਆ, ਫਿਰ ਮਹਾਰਾਜ ਬੈਰਾਗ ਕਿਰਪਾ ਕਰਕੇ ਦਿੰਦੇ ਆ। ਜਿਨ੍ਹਾਂ ਨੂੰ ਅਰਦਾਸ ਕਰਦੇ ਆ, ਮਹਾਰਾਜ ਤੋਂ ਮੰਗਦੇ ਆ, ਨੇਤਰ ਸੱਜਲ ਹੁੰਦੇ ਆ, ਹਿਰਦੇ ਵਿੱਚ ਸੁੱਖ ਆਉਂਦਾ ਹੈ। ਇਹ ਵੀ ਮਹਾਰਾਜ ਦਾ ਤਰਸ ਹੀ ਹੈ। ਸ਼ੁਕਰਾਨਾ ਕਰਨਾ ਚਾਹੀਦਾ ਵਾਹਿਗੁਰੂ ਜੀ ਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਮੇਰਾ ਪਰਮੇਸ਼ਰ, ਮੇਰਾ ਸਾਹਿਬ ਦਾਤਾਂ ਦਾ ਮਾਲਕ ਵਾ। ਉਹ ਕਿਰਪਾ ਕਰਕੇ ਆਪਣੇ ਪਿਆਰ ਦੀ ਦਾਤ ਦੇ ਕੇ ਨਵਾਜ ਦਿੰਦਾ, ਸਹਿਜ ਦੀ ਅਵਸਥਾ ਬਖਸ਼ਿਸ਼ ਕਰ ਦਿੰਦਾ ਮੇਰਾ ਵਾਹਿਗੁਰੂ। ਫਿਰ ਜੀਵ ਜਿਹੜਾ ਨਾ ਨਿਹਾਲ ਹੋ ਜਾਂਦਾ, ਆਉਣਾ ਸੰਸਾਰ ਵਿੱਚ ਸਫਲਾ ਹੋ ਜਾਂਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਆਹ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।